ਸਤਿ ਸ਼੍ਰੀ ਅਕਾਲ। ਸਵਾਗਤ ਸਭ ਸਤਿਕਾਰਯੋਗ ਸੱਜਣਾ ਦਾ ਜੋ ਇਸ ਵਕਤ ਜੁੜੇ ਨੇ ਟਿਵਾਣਾ ਟੀਵੀ ਤੇ ਰੇਡੀਓ ਦੇ ਨਾਲ ਤੇ ਆਪਣੇ ਨਾਲ ਜੁੜੇ ਨੇ ਰਣਜੀਤ ਸਿੰਘ ਕੁੱਕੀ ਗਿੱਲ ਸਾਹਿਬ ਸਵਾਗਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਕੌਣ ਕੀ ਹਾਲ ਹੈ? ਮਿਹਰਬਾਨੀ ਗਿੱਲ ਸਾਹਿਬ, ਸਭ ਚੜ੍ਹਦੀ ਕਲਾ ਮੇਰਾ। ਤੇ ਗਿੱਲ ਸਾਹਿਬ ਸ਼ੁਰੂਆਤ ਕਰਦੇ ਹਾਂ ਵਾਤਾਵਰਨ ਤੋਂ, ਕਿਉਂਕਿ ਧਰਮ ਵੀ ਪਹਿਲਾ ਪਾਣੀ ਜਿਉ ਹੈ ਜਿੱਤ ਹਰਿਆ ਸਭ ਕੋਈ। ਸਿੱਖਾਂ ਦਾ ਰੱਬ ਹੈ ਜਿਹੜਾ ਕਾਦਰ ਹੈ, ਉਹ ਕੁਦਰਤ ਵਿੱਚ ਵਸਦਾ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ। ਜਿਸ ਤਰ੍ਹਾਂ ਆਲਮੀ ਪੱਧਰ ਤੇ ਵਾਤਾਵਰਨ ਵਿਗਾੜ ਹੈ, ਅੱਜ ਵੀ ਪੰਜਾਬ ਦੇ 10 ਜ਼ਿਲ੍ਹਿਆਂ 'ਚ ਬਾਰਿਸ਼ ਦਾ ਅਲਰਟ ਹੈ। ਕੋਹਰਾਮ ਮਚਾ ਰੱਖਿਆ ਹਿਮਾਚਲ ਜਾਂ ਹੋਰ ਸੂਬਿਆਂ ਦੇ ਵਿੱਚ। ਆਲਮੀ ਪੱਧਰ 'ਤੇ ਵਾਤਾਵਰਨ ਨੂੰ ਲੈ ਕੇ ਅਸੀਂ ਸ਼ਾਇਦ ਚਿੰਤਤ ਨਹੀਂ ਹਾਂ। ਚਿੰਤਤ ਜ਼ਰੂਰ ਹਾਂ, ਪਰ ਕਾਰਗੁਜ਼ਾਰੀਆਂ ਘੱਟ ਨੇ। ਕਈ ਰਿਪੋਰਟਸ ਆਈਆਂ ਨੇ ਜਿਹੜੀਆਂ ਤੌਖਲੇ ਖੜੇ ਕਰਦੀਆਂ ਨੇ ਜੀ। ਜਿਹੜਾ ਤਾਂ ਹੁਣ ਆਪਣੇ ਪੰਜਾਬ 'ਚ ਹੈ ਨਾ, ਜਿਹੜਾ ਹੜ੍ਹ ਆਏ ਹੈਗੇ ਕਿਉਂਕਿ ਜਿਹੜਾ ਉੱਥੇ ਇਨਫਰਾਸਟਰਕਚਰ ਡਿਵੈਲਪਮੈਂਟ ਹੋਈ ਹੈ ਨਾ ਹਿਮਾਚਲ ਪਿਛਲੇ 10 ਸਾਲਾਂ ਪਲੱਸ ਦੇ ਵਿੱਚ, ਉਹਦੇ ਵਿੱਚ ਮਤਲਬ ਕਿ ਸਟਰਕਚਰਲ ਫਲॉज ਨੇ। ਮੇਜਰ ਜਿਹੜਾ ਫਲॉ ਹੈਗਾ ਕਿ ਇਹ ਜਿਹੜੇ ਸੀਗੇ ਮਿਸਤਰੀ ਸੀਗੇ ਉਹੀ ਹੁਣ ਕੰਟਰੈਕਟਰ ਬਣ ਗਏ ਹੋਏ ਆ, ਅਤੇ ਜਿੰਨੀ ਆਰਕੀਟੈਕਚਰਲ ਜਾਂ ਟਾਊਨ ਪਲੈਨਰਸ ਦੀ ਪਲੈਨਿੰਗ ਸੀਗੀ ਉਹ ਸਾਰੀ ਨਵੀਂ ਕੰਸਟਰਕਸ਼ਨ ਦੇ ਵਿੱਚੋਂ ਮਿਸਿੰਗ ਆ, ਤਾਂ ਕਿ ਕੋਸਟ ਘੱਟ ਕੀਤੀ ਜਾਵੇ। ਉਹਦੇ ਕਰਕੇ ਜਿਹੜੇ ਸਟਰਕਚਰਸ ਬਣੇ ਸੀਗੇ ਉਹ ਸਾਰੇ ਟੌਪ ਸੋਇਲ 'ਤੇ ਬਣੇ ਆ। ਨਵੇਂ ਸਟਰਕਚਰਸ ਜਿਹੜੇ ਬਣੇ ਆ, ਐਂ ਹੀ ਰੋਡਸ ਦੀ ਜਿਹੜੀ ਕੰਸਟਰਕਸ਼ਨ ਹੋਈ ਆ ਉਹਦੇ ਵਿੱਚ ਜਿਹੜਾ ਹਾਰਡ ਰੌਕ ਨੂੰ ਯੂਜ਼ ਕਰਨਾ ਚਾਹੀਦਾ ਸੀ ਉਹ ਕੀਤਾ ਨਹੀਂ ਗਿਆ, ਤਾਂ ਕਿ ਕੋਸਟ ਘੱਟ ਕੀਤੀ ਜਾਵੇ। ਉਹ ਟੌਪ ਸੋਇਲ ਦਾ। ਅਤੇ ਦੂਜੀ ਵੱਡੀ ਪ੍ਰੋਬਲਮ ਆਈ ਹੈਗੀ ਆ ਕਿ ਡਰੇਨੇਜ ਦੀ ਜਿਹੜੀ ਸੀਗੀ ਉਹ ਥੱਲੇ ਹੀ ਸੀਪੇਜ ਹੁੰਦੀ ਰਹੀ ਆ, ਜਿੱਥੇ ਘਰ ਬਣੇ ਹੋਏ ਆ ਜਾਂ ਬਿਲਡਿੰਗਸ ਬਣੀਆਂ ਹੋਈਆਂ ਵੱਡੀਆਂ। ਅਤੇ ਇਹਨਾਂ ਨੇ ਮਲਟੀ ਸਟੋਰੀ ਬਿਲਡਿੰਗਸ ਉੱਥੇ ਅਲਾਓ ਕੀਤੀਆਂ ਨੇ, ਜਿਵੇਂ ਕਿ ਪਲੇਨਸ ਦੇ ਵਿੱਚ ਅਲਾਓ ਕੀਤੀਆਂ ਗਈਆਂ। ਹੁਣ ਜਿਹੜੀ ਕੰਸਟਰਕਸ਼ਨ ਆਪਣੇ ਹੁਣ ਤੁਹਾਡੇ ਪਟਿਆਲੇ 'ਚ ਹੋਣੀ ਆ ਉਹ ਸੰਭਵ ਨਹੀਂ ਹੈਗੀ ਉਹੀ ਤਰ੍ਹਾਂ ਦੀ ਸ਼ਿਮਲੇ 'ਚ ਬਣੀ ਜਾਵੇ, ਕਿਉਂਕਿ ਸਟਰਕਚਰਸ ਉਸੇ ਤਰ੍ਹਾਂ ਦੇ ਸਿਮਿਲਰ ਕ੍ਰੀਏਟ ਕੀਤੇ ਗਏ, ਪਰ ਉਹ ਹਿੱਲੀ ਰੀਜਨ ਦਾ ਖਿਆਲ ਨਹੀਂ ਰੱਖਿਆ ਗਿਆ। ਬਿਲਕੁਲ ਨਹੀਂ, ਇਸ ਕਰਕੇ ਜਿਹੜੀ ਉਹ ਸਟਰਕਚਰਲ ਫਾਲਟਸ ਆਏ ਨੇ ਵਿੱਚ, ਉਹਨਾਂ ਕਰਕੇ ਜਿਹੜਾ ਸੀਗਾ ਇੱਕ ਜਿੰਨੇ ਦਰਖਤ ਕੱਟੇ ਗਏ ਨੇ, ਲੱਖਾਂ 'ਚ ਦਰਖਤ ਜਿਹੜੇ ਉਹ ਕੱਟੇ ਗਏ ਨੇ ਵਿਦਾਊਟ ਐਨੀ ਪਲੈਨਿੰਗ। ਅਤੇ ਉਹਨਾਂ ਥਾਂ 'ਤੇ ਨਵੀਂ ਪਲਾਂਟੇਸ਼ਨ ਨਹੀਂ ਹੋਈ, ਕਿਉਂਕਿ ਕੰਕਰੀਟ ਦੇ ਜੰਗਲਸ ਨੇ ਜਿਹੜੀ ਜਿੰਨੀ ਫੋਰੈਸਟ ਦੀ ਥਾਂ ਸੀ ਉਹ ਮੁਲੱਕ ਲਈ ਹੋਈ ਆ। ਉਹਦੇ ਕਰਕੇ ਇਹ ਸਾਰੇ ਜਿਹੜੇ ਸਟਰਕਚਰ ਮਤਲਬ ਕਿ ਆਏ ਫਾਲਟ ਲਾਈਨਸ, ਇਹਦੇ ਕਰਕੇ ਜਿਹੜੀ ਮੈਸਿਵ ਫਲੱਡਿੰਗ ਹੋਈ ਹੈਗੀ, ਕਿਉਂਕਿ ਉਹ ਪਾਣੀ ਨੂੰ ਹੋਲਡ ਹੀ ਨਹੀਂ ਕਰ ਸਕੀ ਟੋਪੋਗ੍ਰਾਫੀ ਜਿਹੜੀ ਹੈਗੀ ਆ। ਅਤੇ ਕਿਸੇ ਗੌਰਮੈਂਟ ਨੇ ਜਾਂ ਨੋਰਮਸ ਜਿਹੜੇ ਸੀ ਉਹਨਾਂ ਨੇ ਚੈੱਕ ਨਹੀਂ ਕੀਤੇ, ਨਾ ਡਰੇਨੇਜ ਬਾਰੇ ਚੈੱਕ ਕੀਤੇ। ਹੌਲੀ ਹੌਲੀ ਉਹ ਥੱਲੇ ਸੀਪ ਕਰਦਾ ਗਿਆ, ਸੋਇਲ ਜਿਹੜੀ ਉਹ ਲੂਜ਼ਨ ਅਪ ਹੋ ਗਈ, ਅਤੇ ਅਲਟੀਮੇਟਲੀ ਇੱਕ ਰੇਨ ਤਾਂ ਉੱਥੇ ਪਹਿਲੇ ਵੀ ਹੁੰਦੀ ਆ ਬਹੁਤ ਜ਼ਿਆਦਾ। ਬਿਲਕੁਲ ਪਾਲਮਪੁਰ ਜਿਹੜਾ ਹੈਗਾ ਸੈਕੰਡ ਹਾਈਐਸਟ ਰੇਨਫਾਲ ਵਾਲਾ ਏਰੀਆ ਆਫਟਰ ਚਿਰਾਪੂੰਜੀ, ਜਿਹੜਾ ਅਸਾਮ 'ਚ ਸਾਰਿਆਂ ਨੂੰ ਹਾਈਐਸਟ ਰੇਨਫਾਲ ਹੁੰਦੀ। ਉੱਥੇ ਜਿਹੜੇ ਸਟਰਕਚਰ ਨਵੇਂ ਸਟਰਕਚਰਲ ਜਿੰਨੇ ਬਣੇ ਨੇ ਬਹੁਤੇ ਤਾਂ ਉਹੀ ਢਾਏ ਨੇ ਨਾ, ਕਿਉਂਕਿ ਜਿਹੜੀ ਪੁਰਾਣੀ ਕੰਸਟਰਕਸ਼ਨ ਹੈਗੀ ਉਹ ਹਿਮਾਚਲ ਦੀ ਦੇਖੀ ਆਪਣੇ ਨਾਲ ਡਿਫਰੈਂਟ ਹੈਗੀ, ਜਿਹੜੀ ਹਾਊਸਿੰਗ ਦੀ ਹੈਗੀ ਆ। ਹਾਂ ਬਿਲਕੁਲ। ਜਿਹੜੇ ਨਵੇਂ ਬਣੇ ਹੈਗੇ ਅਪਾਰਟਮੈਂਟਸ ਬਣੇ ਆ, ਹੋਰ ਹੋਟਲਸ ਬਣੇ ਆ, ਉਹ ਤਾਂ ਜਸਟ ਲਾਈਕ ਪਲੇਨਸ ਬਣੇ ਆ ਨਾ, ਜਿਸ ਤਰ੍ਹਾਂ ਦੇ ਹੁਣ ਇੱਥੇ ਪਲੇਨਸ 'ਚ ਬਣੇ ਹੋਏ ਨੇ ਸਟਰਕਚਰ, ਉਸੇ ਤਰ੍ਹਾਂ ਜਿਵੇਂ ਮੈਸਿਵ ਇਹਨਾਂ ਨੇ ਰੋਡ ਉੱਥੇ ਲੇਆਊਟ ਕੀਤਾ ਹੈਗਾ, 4 ਲੇਨਿੰਗ ਕੀਤੀ ਆ। ਉਹ ਵੀ ਸਾਰੀ ਜਿਹੜੀ ਹੈਗੀ ਆ ਇਹਨਾਂ ਨੇ ਸਿੱਧੇ ਪਹਾੜ ਕੱਟੇ ਹੈਗੇ। ਉਹਦੇ ਨਾਲ ਇਹ ਹੈਗਾ ਕਿ ਜਿਹੜਾ ਥੱਲੇ ਸਰਫੇਸ ਸੀਗੀ, ਟੌਪ ਸੋਇਲ ਜਿਹੜੀ ਸੀਗੀ ਉਹ ਬਹੁਤ ਕਮਜ਼ੋਰ ਸੀਗੀ, ਉਹਦੇ ਥੱਲੇ ਮਿੱਟੀ ਸਾਰੀ ਖੁਰ ਗਈ ਹੋਈ ਆ। ਹੁਣ ਜਿਹੜੀ ਇਹਨਾਂ ਦੀ ਸਟੱਡੀ, ਇਹਨਾਂ ਦੀ ਆਪ ਦੀਆਂ ਹੀ ਜਿਹੜੀਆਂ ਸਟਰਕਚਰਲ ਫਾਲਟ ਲਾਈਨਸ ਉਹ ਆਪ ਹੀ ਰਿਪੋਰਟ ਹੋ ਰਹੀਆਂ ਨਿਊਜ਼ਪੇਪਰਸ ਦੇ ਵਿੱਚ। ਅਤੇ ਕਿਤੇ ਵੀ ਜਿਹੜੀ ਪਲੈਨਿੰਗ ਸੀਗੀ ਉਹ ਹਰ ਇੱਕ ਆਸਪੈਕਟ ਦੇ ਵਿੱਚ ਮਿਸਿੰਗ ਕੀਤੀ ਗਈ ਹੈਗੀ ਆ। ਕੋਸਟ ਨੂੰ ਕੱਟ ਕਰਨ ਦੇ ਲਈ ਕਈ ਸ਼ਾਰਟਕਟਸ ਅਪਣਾਏ ਗਏ। ਉਹਦੇ ਕਰਕੇ ਜਿਹੜਾ ਬਲੌਕ ਕੀਤੀ ਇਹਨਾਂ ਨੇ ਨੈਚੁਰਲ ਜਿੰਨੀਆਂ ਡਰੇਨ ਸੀਗੀਆਂ, ਵਾਟਰ ਬਾਡੀ ਸੀਗੀਆਂ, ਉਹਨਾਂ ਨੂੰ ਬਲੌਕ ਕਰਕੇ ਉੱਥੇ ਬਿਲਡਿੰਗਸ ਬਣਾਤੀਆਂ ਗਈਆਂ। ਉਹ ਹੁਣ ਉੱਥੇ ਜਦੋਂ ਪਾਣੀ ਦੀ ਰਫਤਾਰ ਵਧੀ ਹੈਗੀ ਆ, ਤੁਸੀਂ ਦੇਖੋ ਉੱਤਰਾਖੰਡ ਵਿੱਚ ਜੋਸ਼ੀਮਠ ਹੈਗਾ ਅਤੇ ਹੋਰ ਕਿੰਨੇ ਸ਼ਹਿਰ ਨੇ ਜਿਹੜੇ ਉਹ ਸਿੰਕ ਕਰ ਰਹੇ ਨੇ। ਇਸੇ ਤਰ੍ਹਾਂ ਹਿਮਾਚਲ ਵਿੱਚ ਧਰਮਸ਼ਾਲਾ ਤੋਂ ਉੱਤੇ ਜਿਹੜਾ ਮੈਕਲੋਇਡਗੰਜ ਆ, ਉਹਦੀ ਵੀ ਰੋਡਸ ਦੇ ਵਿੱਚ ਬਹੁਤ ਵੱਡੇ ਕਰੈਕਸ ਆ ਗਏ ਹੈਗੇ ਆ। ਅਤੇ ਉਹ ਜਿਹੜਾ ਐਸ ਸੱਚ ਸਿਟੀ ਹੈਗਾ ਮੈਕਲੋਇਡਗੰਜ, ਜਿੱਥੇ ਦਲਾਈ ਲਾਮਾ ਦਾ ਹੈੱਡਕੁਆਟਰ ਹੈਗਾ ਜੀ, ਉਹ ਵੀ ਸਿਟੀ ਜਿਹੜਾ ਹੈਗਾ ਥੱਲੇ ਨੂੰ ਧੱਸ ਰਿਹਾ ਹੈਗਾ। ਉਹ ਜਿਹੜੀ ਥੱਲੇ ਨੂੰ ਕੰਡੈਂਸੇਸ਼ਨ ਹੋ ਰਹੀ ਹੈਗੀ ਆ, ਉਹਦੇ ਨਾਲ ਇਹ ਹੈਗਾ ਕਿ ਅਲਟੀਮੇਟਲੀ ਉਹ ਸਿਟੀਜ਼ ਜਿਹੜੇ ਮੈਂ ਜੋਸ਼ੀਮਠ ਆ ਉਹਦੇ ਤੋਂ ਹਜ਼ਾਰਾਂ ਬੰਦੇ ਜਿਹੜੇ ਲੋਕੀ ਜਿਹੜੇ ਉੱਥੋਂ ਦੇ ਵਸਨੀਕ ਨੇ ਉਹ ਰਿਫਿਊਜੀਜ਼ ਨੇ, ਉਹਨਾਂ ਨੂੰ ਕਿਤੇ ਸ਼ੈਲਟਰਸ ਦੇ ਵਿੱਚ ਰੱਖਿਆ ਹੋਇਆ ਹੈਗਾ ਉੱਤਰਾਖੰਡ 'ਚ। ਬਿਲਕੁਲ।
ਇਸੇ ਤਰ੍ਹਾਂ ਇੱਥੇ ਮਤਲਬ ਕਿ ਸ਼ਿਮਲੇ ਦੇ ਵਿੱਚੋਂ ਤੁਸੀਂ ਦੇਖੋ 20,000 ਤੋਂ 50,000 ਦੀ ਪਾਪੂਲੇਸ਼ਨ ਲਈ ਸ਼ਹਿਰ ਬਣਿਆ ਸੀਗਾ, ਉੱਥੇ ਪਾਪੂਲੇਸ਼ਨ ਹੈਗੀ 7 ਲੱਖ ਦੇ ਕਰੀਬ। ਉਹ ਜਿਹੜਾ ਇੰਨਾ ਵੱਡਾ ਕੰਕਰੀਟ ਦਾ ਜੰਗਲ ਇੰਨੀ ਵੱਡੀ ਪਾਪੂਲੇਸ਼ਨ ਨੂੰ ਅਕਮੋਡੇਟ ਕਰਨ ਲਈ ਬਣਿਆ, ਉਹਨੇ ਸਰਫੇਸ ਸੋਇਲ ਤੇ ਬਹੁਤ ਪ੍ਰੈਸ਼ਰ ਪਾਇਆ ਹੈਗਾ, ਤੇ ਮੋਰ ਓਵਰ ਕੋਈ ਡਰੇਨੇਜ ਨਹੀਂ ਹੈਗੀ। ਇਹ ਵੱਡੇ ਕਾਰਨ ਬਣਿਆ, ਤੇ ਨੈਚੁਰਲ ਬੋਡੀਜ਼ ਨੂੰ ਇਹਨਾਂ ਨੇ ਬਲੌਕ ਕਰ ਲਿਆ ਹੋਇਆ। ਵੈਸੇ ਗੱਲ ਸਾਹਿਬ, ਅਸੀਂ ਕਈ ਵਾਰੀ ਉਜ਼ਰ ਕਰਦੇ ਹੁੰਦੇ ਹਾਂ ਕਿ ਦੇਖੋ ਹਿਮਾਚਲ 'ਚ ਬਾਹਰੀ ਬੰਦਾ ਜਗ੍ਹਾ ਨਹੀਂ ਖਰੀਦ ਸਕਦਾ। ਕਿਸੇ ਖਿੱਤੇ ਦੀ ਵਿਰਾਸਤ ਨੂੰ ਸ਼ਾਇਦ ਕਾਇਮ ਰੱਖਣ ਲਈ ਜਾਂ ਜਗਰਾਫੀਕਲ ਭੂਗੋਲਿਕ ਕੰਡੀਸ਼ਨਸ ਨੂੰ ਬਰਕਰਾਰ ਰੱਖਣ ਦੇ ਲਈ ਕੁਝ ਸਟੈਪ ਜ਼ਰੂਰੀ ਵੀ ਨੇ। ਅੱਜ ਵੀ ਜਿਸ ਤਰ੍ਹਾਂ ਹੁਣ ਕਸ਼ਮੀਰ ਖੁੱਲ੍ਹ ਗਿਆ, ਹਾਲਾਂਕਿ ਕਸ਼ਮੀਰ 'ਚ ਕੋਈ ਬਾਹਰੀ ਬੰਦੇ ਨਹੀਂ ਆਏ, ਪਰ ਧਾਰਾ 370 ਤੋੜਨ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਕਸ਼ਮੀਰ 'ਚ ਔਰਚਰਡ ਬਣ ਗਏ, ਵੱਡੇ ਲੋਕਾਂ ਦੇ ਬਣੇ ਨੇ। ਹੁਣ ਹਿਮਾਚਲ ਦਾ ਸੇਬ ਭਾਵੇਂ ਗਰੀਬ ਪੈਦਾ ਕਰਦਾ, ਪਰ ਖਰੀਦ ਤੇ ਰਿਲਾਇੰਸ ਰਿਹਾ ਨਾ ਸਾਰਾ। ਸੋ ਇਸ ਕਰਕੇ ਇਹ ਜਿਹੜਾ ਹੁਣ ਅਡਾਨੀ ਖਰੀਦ ਰਹੇ, ਅਡਾਨੀ ਸੌਰੀ, ਹਾਂ। ਸੋ ਇਸ ਸਿਲਸਿਲੇ ਦੇ ਵਿੱਚ ਗਿੱਲ ਸਾਹਿਬ, ਜਿਹੜਾ ਕਸ਼ਮੀਰ ਦੀ ਸਥਿਤੀ ਹੈ, ਜਿਵੇਂ ਇਹ ਵੀ ਨਾਲ ਲੱਗਦਾ ਸੂਬਾ ਆ, ਹਿਜਰਤ ਸਾਰੀ ਹਿਮਾਲੀਅਨ ਸਟੇਟਸ 'ਚੋਂ ਹੋ ਰਹੀ ਹੈ, ਸਿਰਫ ਪੰਜਾਬ 'ਚੋਂ ਹੀ ਨਹੀਂ ਪ੍ਰਵਾਸ ਹੋ ਰਿਹਾ। ਇਹ ਵੀ ਰਵਾਇਤੀ ਤੌਰ 'ਤੇ ਲੋਕ ਉੱਥੋਂ ਉੱਜੜ ਰਹੇ ਨੇ। ਬਾਹਰੀ ਲੋਕ ਜਿਵੇਂ ਕਸ਼ਮੀਰ ਦੇ ਵਿੱਚ ਨੌਨ ਕਸ਼ਮੀਰੀ ਲੋਕ ਆ ਕੇ ਯੂਪੀ ਬਿਹਾਰ ਦੇ ਵਸਦੇ ਨੇ। ਇੱਕ ਵੋਟ ਬੈਂਕ ਦੀ ਰਣਨੀਤੀ ਵੀ ਹੈ, ਤੇ ਆਉਣ ਵਾਲੇ ਸਮੇਂ ਕਸ਼ਮੀਰ ਦੇ ਵੀ ਇਹੀ ਹਾਲਾਤ ਹੋਣੇ ਨੇ, ਜਿਹੜਾ ਧਰਤੀ ਤੇ ਜੰਨਤ ਹੈ। ਤੇ ਕਸ਼ਮੀਰ ਇੰਨੀ ਹਿਜਰਤ ਨਹੀਂ ਹੋਏਗੀ ਕਸ਼ਮੀਰ 'ਚ ਜਿਵੇਂ ਕਿ ਹਿਮਾਚਲ ਵਿੱਚ ਹੋਈ ਹੈ। ਹਿਮਾਚਲ ਜਿੰਨੇ ਦਿੱਲੀ ਦਾ ਜਿੰਨਾ ਕਰਾਊਡ ਆ, ਜਿਹੜਾ ਐਫਲੂਐਂਟ ਕਰਾਊਡ ਆ, ਸਾਰਿਆਂ ਦੇ ਤਕਰੀਬਨ ਉੱਥੇ ਅਪਾਰਟਮੈਂਟਸ ਨੇ, ਚਾਹੇ ਕਸੌਲੀ ਲੈ ਲਓ ਤੇ ਚਾਹੇ ਹੋਰ ਹਿੱਸੇ ਦੇਖ ਲਓ ਤੁਸੀਂ ਹਿਮਾਚਲ ਦੇ ਨਾਲ। ਇਹ ਹੈਗਾ ਇੱਕ ਤਾਂ ਫਾਲਟੀ ਸਾਰੀ ਪਲੈਨਿੰਗ ਹੋਈ ਹੈਗੀ ਆ, ਕਿੱਥੇ ਕਿੱਥੇ ਕਿਹੜੀ ਬਿਲਡਿੰਗ ਬਣਾਉਣੀ ਆ, ਕਿੱਥੇ ਨਹੀਂ ਬਣਾਉਣੀ। ਤੁਸੀਂ ਦੇਖੋ ਕੁਝ ਸਾਲ ਪਹਿਲੇ ਦੀ ਗੱਲ ਆ, ਇੱਕ ਟਾਊਨ ਪਲੈਨਰ ਜਿਹੜੀ ਲੇਡੀ ਸੀ ਮਿਸ ਬਾਲਾ, ਉਹ ਜਦੋਂ ਇੱਕ ਹੋਟਲ ਦਾ ਨਿਰੀਖਣ ਕਰਨ ਗਈ ਤੇ ਉਹਨੇ ਆਬਜੈਕਸ਼ਨਸ ਖੜੇ ਕੀਤੇ ਕਸੌਲੀ ਦੇ ਵਿੱਚ, ਤਾਂ ਹੋਟਲ ਮਾਲਕ ਨੇ ਉਹਨੂੰ ਸ਼ੂਟ ਡਾਊਨ ਕਰਤਾ ਸੀ। ਹਾਂ, ਕਤਲ ਹੋ ਗਿਆ ਸੀ ਉਹਦਾ। ਹਾਂ, ਇਹ 2018 ਕੇ 19 ਦੀ ਗੱਲ ਹੈ। ਹਾਂ, ਬਿਲਕੁਲ। ਮਤਲਬ ਉੱਥੇ ਜਦੋਂ ਵੀ ਕਿਤੇ ਰੋਕਣਾ ਚਾਹੇ, ਮੈਂ ਇੱਕ ਵਾਰ ਆਪ ਵੀ ਮਕਲੋਇਡਗੰਜ ਤੋਂ ਉੱਤੇ ਧਰਮਕੋਟ ਤੋਂ ਉੱਤੇ ਮੈਂ ਕਿਸੇ ਵਿਲੇਜ ਠਹਿਰਿਆ ਹੋਇਆ ਸੀ, ਉੱਥੇ ਅਲਾਉਡ ਨਹੀਂ ਹੈਗਾ ਕਿ ਜਿਹੜਾ ਫਸਟ ਫਲੋਰ ਹੈਗਾ ਉੱਥੇ ਉਹ ਇਲੈਕਟ੍ਰਿਸਿਟੀ ਦਿੰਦੇ ਨੇਗੇ। ਪਰ ਉਦੋਂ ਲੋਕੀ ਉੱਥੇ ਐਜੀਟੇਟ ਹੋਏ ਸੀ ਵੀ ਇਹਦੇ ਨਾਲ ਸਾਡਾ ਟੂਰਿਜ਼ਮ ਤੇ ਇਫੈਕਟ ਪੈ ਰਿਹਾ। ਕਸ਼ਮੀਰ ਵਿੱਚ ਨੋ ਡਾਊਟ ਕਿ ਜਦ ਇਹਨਾਂ ਨੇ 370 ਤੋੜੀ, ਉੱਥੇ ਟੂਰਿਜ਼ਮ ਦਾ ਬਹੁਤ ਇਨਫਲੈਕਸ ਹੋਇਆ ਹੈਗਾ। ਉਹਦੇ ਨਾਲ ਉੱਥੇ ਇੱਕਦਮ, ਕਿਉਂਕਿ ਉਹਨਾਂ ਨੂੰ ਟੂਰਿਜ਼ਮ ਇੰਡਸਟਰੀ ਦੀ ਲੋੜ ਹੈਗੀ ਆ, ਇਸ ਕਰਕੇ ਉੱਥੇ ਟੂਰਿਜ਼ਮ ਖਿੱਚਿਆ ਜਾ ਰਿਹਾ। ਪਹਿਲੇ ਵੀ ਕਸ਼ਮੀਰ ਜਿਹੜਾ ਸੀਗਾ ਉਹ ਬੜੀ ਵੱਡੀ ਅਟਰੈਕਸ਼ਨ ਸੀਗੀ ਟੂਰਿਸਟ ਦੀ ਇਨ ਦਾ ਸਮਰ ਵਕੇਸ਼ਨਸ, ਈਵਨ ਇਨ ਦਾ ਵਿੰਟਰਸ ਫॉर ਸਕੀਇੰਗ। ਤੇ ਉਹਦੇ ਲਈ ਗੁਲਮਰਗ ਦੇ ਜਿਹੜੀਆਂ ਸਲੋਪਸ ਨੇ ਉਹ ਕੰਸੀਡਰਡ ਵਨ ਆਫ ਦੀ ਬੈਸਟ ਇਨ ਦੀ ਵਰਲਡ। ਪਰ ਤੁਸੀਂ ਹੁਣ ਦੇਖੋ, ਜਿਵੇਂ ਇਹਨਾਂ ਦਾ ਚੰਦਰਯਾਨ ਗਿਆ ਹੈਗਾ ਮੂਨ ਤੇ, ਉਹਨਾਂ ਨੇ ਜਿਹੜੇ ਸਾਊਥ ਪੋਲ, ਉਹਨਾਂ ਦੇ ਲੂਨਰ, ਜਿਹੜਾ ਲੂਨਰ ਤੋਂ ਸਾਊਥ ਦੇ ਉਹਨਾਂ ਨੇ ਪੋਲ ਤੋਂ ਭੇਜੀਆਂ ਨੇ ਫਿਗਰਸ ਟੈਂਪਰੇਚਰ ਵੇਰੀਏਸ਼ਨ ਦੀਆਂ, ਉਹ ਵੇਰੀਏਟ ਕਰਦਾ ਹੈਗਾ -10 ਡਿਗਰੀ ਸੈਂਟੀਗ੍ਰੇਡ ਟੂ 60 ਡਿਗਰੀ ਸੈਂਟੀਗ੍ਰੇਡ। 60 ਮੀਨਸ 60। ਤੇ ਜਦੋਂ 10 ਸੈਂਟੀਮੀਟਰ ਹੀ ਥੱਲੇ ਜਾ ਕੇ ਉਹਨਾਂ ਦਾ ਜਿਹੜਾ ਉਪਕਰਨ ਭੇਜਿਆ ਹੈਗਾ, ਉਹ ਥੱਲੇ ਦੇਖਦਾ ਸਰਫੇਸ ਦਾ ਟੈਂਪਰੇਚਰ ਉਹ ਹੈਗਾ -10 ਡਿਗਰੀ ਸੈਂਟੀਗ੍ਰੇਡ। ਤੇ ਜਦੋਂ ਮੇਨ ਸਰਫੇਸ ਤੇ ਟੌਪ ਸਰਫੇਸ ਤੇ ਦੇਖਦਾ ਤਾਂ ਉੱਥੇ ਟੈਂਪਰੇਚਰ ਹੈਗਾ 60 ਡਿਗਰੀ ਸੈਂਟੀਗ੍ਰੇਡ, ਤੇ ਵੇਰੀਏਟ ਕਰਦਾ ਬਿਟਵੀਨ 50 to 60 ਜਿਹੜਾ ਸਰਫੇਸ ਦਾ ਹੈਗਾ। ਤੇ ਬਲੋ ਸਰਫੇਸ 10 ਸੈਂਟੀਮੀਟਰ ਦੇ ਵਿੱਚ ਤੁਸੀਂ ਜਾ ਕੇ ਦੇਖੋਗੇ ਤਾਂ ਉੱਥੇ ਬਿਲਕੁਲ ਫਰੀਜ਼ਿੰਗ ਟੈਂਪਰੇਚਰਸ ਨੇ। ਮਤਲਬ ਇਹਦਾ ਜਿਹੜਾ ਕਲਾਈਮੈਟਿਕ ਚੇਂਜਿਸ ਜਿਹੜੀਆਂ ਸਰਫੇਸ ਤੇ ਹੋਈਆਂ ਨੇ ਆਪਣੇ ਪਲੈਨਟ ਤੇ, ਉਹਦਾ ਇਫੈਕਟ ਦੇਖੋ ਕਿੱਥੋਂ ਤੱਕ ਗਿਆ। ਹੁਣ ਜਿੱਥੇ ਉਹ ਚੰਦਰਯਾਨ ਗਿਆ, ਉਹਦਾ ਡਿਸਟੈਂਸ ਆਪਣੇ ਤੋਂ ਹੈਗਾ 3,84,000 ਕਿਲੋਮੀਟਰ ਜੀ। ਸੋ ਇਟਸ ਨਾਟ ਅ ਸਮਾਲ ਡਿਸਟੈਂਸ। ਤੇ ਤੁਸੀਂ ਆਪਾਂ ਇੱਥੋਂ ਦੇ ਸਮੁੰਦਰਾਂ ਦੀ ਹਾਲਾਤ ਦੇਖ ਲਓ ਕਿ ਜਿਹੜੀ ਨਵੀਂ। ਪਰ ਹੁਣ ਬੀਜੇਪੀ ਵਾਲੇ ਭਗਤ ਤੇ ਕਲੋਨੀ ਕੱਟਣ ਨੂੰ ਫਿਰਦੇ ਨੇ। ਕਈ ਜਿਹੜੇ ਸਾਧੂ ਮਹਾਤਮਾ ਨੇ ਹਿੰਦੂਤਵ ਵਾਲੇ, ਉਹ ਕਹਿੰਦੇ ਉਹਨੂੰ ਹਿੰਦੂ ਰਾਸ਼ਟਰ ਐਲਾਨ ਦਿਓ ਤਾਂ ਜੋ ਕੋਈ ਹੋਰ ਉੱਥੇ ਕਬਜ਼ਾ ਨਾ ਕਰ ਸਕੇ, ਤੇ ਉਸ ਦਾ ਮਤਲਬ ਧਰਮੀਕਰਨ ਕਰ ਦਿੱਤਾ। ਹਾਲਾਂਕਿ ਠੀਕ ਹੈ, ਚੰਦਰ ਸੂਰਜ ਹੈ ਗ੍ਰਹਿ, ਧਰਮ ਦੇ ਵਿੱਚ ਇਹਨਾਂ ਦਾ ਧਰਮੀਕਰਨ ਕੀਤਾ ਹੋਇਆ, ਤੇ ਇੰਦਰ ਧਨੁਸ਼ ਸਤਰੰਗੀ ਰੇਨਬੋ ਬਣ ਗਈ ਹੈ। ਪਰ ਇਹ ਜਿਵੇਂ ਹੁਣ ਸ਼ਿਵ ਸ਼ਕਤੀ ਪੁਆਇੰਟ ਰੱਖ ਦਿੱਤਾ ਗਿਆ, ਇਹਦਾ ਪੋਲੀਟੀਕਲ ਬੈਨੀਫਿਟ ਕੀ ਵੇਖਦੇ ਹੋ? ਜਾਂ ਇੱਕ ਅਹਿਸਾਸ ਕਿ ਹਾਂ ਜੀ ਚੰਦਰਮਾ ਸਾਡਾ ਆ, ਇੱਕ ਕਬਜ਼ਾ? ਇੰਡੀਆ ਚੌਥਾ ਦੇਸ਼ ਹੈ ਜਿਹੜਾ ਗਿਆ ਹੈਗਾ, ਉਹ ਵੀ ਬਹੁਤ ਬਾਅਦ ਚ ਗਿਆ। ਉਹ ਤਾਂ ਐਕਸਪਲੋਰੇਸ਼ਨ ਉਹਨਾਂ ਨੇ 71 ਚ ਹੀ ਉੱਥੇ ਬੰਦਾ ਉਤਾਰਤਾ ਸੀ ਅਮਰੀਕਾ ਨੇ। ਉਦੋਂ ਪਹਿਲੇ ਯੂਰੀ ਜਿਹੜਾ ਸੀਗਾ ਗੈਗਰਿਨ, ਉਹ ਰਸ਼ੀਆ ਦਾ ਬੰਦਾ ਉਤਰਿਆ ਸੀਗਾ।
ਮਤਲਬ ਜੇ ਆਪਾਂ ਕਹੀਏ ਵੀ ਆਪਣੀ ਬਹੁਤ ਵੱਡੀ, ਠੀਕ ਹੈ ਇਹਨਾਂ ਨੇ ਡਿਫਰੈਂਟ ਪੋਲ ਤੇ ਉਤਾਰਿਆ, ਉਹਨਾਂ ਨੇ ਜਿਹੜੇ ਸਾਰੇ ਉਤਾਰੇ ਹੈਗੇ ਉਹ ਨਦਰਨ ਪੋਲ ਤੇ, ਉਹਨਾਂ ਦਾ ਤਾਂ ਆਪ ਦਾ ਸਪੇਸ ਸਟੇਸ਼ਨ ਜਿਹੜਾ ਕੰਟੀਨਿਊਸਲੀ ਫਲੋਟ ਕਰ ਰਿਹਾ ਸਪੇਸ ਦੇ ਵਿੱਚ, ਉਹਦੇ ਤੋਂ ਹੀ ਸਾਰੀਆਂ ਆਬਜ਼ਰਵੇਸ਼ਨ ਸਾਰੀਆਂ ਹੁਣ ਤੱਕ ਕਿੰਨੀਆਂ ਸਪੇਸ ਐਕਸ ਵਰਗੀਆਂ ਪ੍ਰਾਈਵੇਟ ਏਜੰਸੀਜ਼ ਬਣ ਗਈਆਂ। ਐਲਨ ਮਸਕ ਦੀ ਆਪਣੀ ਏਜੰਸੀ ਹੈਗੀ ਆ ਜਿਹੜੀਆਂ ਕਿ ਹੁਣ ਉਹ ਕਹਿੰਦੇ ਵੀ ਅਸੀਂ ਪ੍ਰਾਈਵੇਟ ਬੰਦਿਆਂ ਨੂੰ ਅਸੀਂ ਸਪੇਸ ਦੇ ਵਿੱਚ ਟਰੈਵਲ ਕਰਨ ਲਈ ਲੈ ਕੇ ਜਾਵਾਂਗੇ। ਜੇ ਐਂ ਕੰਪੇਅਰ ਕਰੀਏ ਤਾਂ ਦੈਨ ਇੰਡੀਆ ਸਟੈਂਡਸ ਨੋਵੇਅਰ। ਨਹੀਂ, ਪਰ ਦੇਖੋ ਠੀਕ ਹੈ, ਹੁਣ ਅਬਦੁਲ ਕਲਾਮ ਸਾਹਿਬ ਜਿਹੜੇ ਸਾਰੇ ਇਹਦੇ ਖੋਜੀ ਸੀਗੇ ਜਿਨ੍ਹਾਂ ਨੇ ਸਾਊਥ ਪੋਲ ਦਾ ਆਈਡੀਆ ਦਿੱਤਾ, ਅਬਦੁਲ ਕਲਾਮ ਸਾਹਿਬ ਸੀਗੇ ਜਿਨ੍ਹਾਂ ਦੇ ਭਰਵੱਟਿਆਂ ਚੋਂ ਹੀ ਸ਼ਿਵ ਸੈਨਾ ਨੂੰ ਸਾਹਮਣਾ ਅਖਬਾਰ 'ਚ ਉਹਨਾਂ ਨੇ ਲਿਖਿਆ ਸੀ ਕਿ ਇਹਨੂੰ ਭਰਵੱਟਿਆਂ 'ਚੋਂ ਚਾਂਦ ਸਿਤਾਰਾ ਨਜ਼ਰ ਆਉਂਦਾ ਜਿਹੜਾ ਕਿ ਇਸਲਾਮ ਦਾ ਚਿੰਨ੍ਹ ਹੈ ਪਵਿੱਤਰ। ਤੇ ਪਰ ਹੁਣ ਉਹਦਾ ਇਸ ਤਰ੍ਹਾਂ ਧਰਮੀਕਰਨ ਕਰਨਾ ਨਹੀਂ ਹੋਣਾ ਚਾਹੀਦਾ। ਇੱਕ ਰਾਸ਼ਟਰ ਹੈ, ਬਹੁ ਕੌਮੀ ਮੁਲਕ ਕਨਸੈਪਟ ਸਾਨੂੰ ਅਪਣਾਉਣਾ ਚਾਹੀਦਾ, ਪਰ ਜਦੋਂ ਕੋਈ ਵੀ ਧਰਮ ਵਿਸ਼ੇਸ਼ ਇਸ ਤਰ੍ਹਾਂ ਕਿਸੇ ਸਾਂਝੀ ਵਿਰਾਸਤ 'ਤੇ ਕਬਜ਼ਾ ਕਰਨ ਦੀ ਗੱਲ ਕਰਦਾ ਤੇ ਉਹਦਾ ਰਾਜਨੀਤੀਕਰਨ ਵੀ ਹੁੰਦਾ, ਜਿਵੇਂ ਇਸ ਚੰਦਰਯਾਨ ਯਾਤਰਾ ਦਾ ਹੋ ਰਿਹਾ। ਇਹਦੇ 'ਚ ਜਿਹੜੇ ਦੂਸਰੇ 25-30 ਕਰੋੜ ਲੋਕ ਨੇ ਉਹਨਾਂ ਦੇ ਮਨ 'ਚ ਕਿਤੇ ਹੋਰ ਰੰਜ ਵੀ ਜਾਂਦਾ ਹੈ ਜੀ। ਜਿਹੜਾ ਨਾ ਪਿਛਲੇ ਕੁਝ ਸਾਲਾਂ 'ਚ 13 ਜਿਹੜੇ ਹਜ਼ਾਰ ਹੈਗੇ ਕੋਰੀਡੋਰਸ ਬਣੇ ਹੈਗੇ ਆ, ਨਹੀਂ 21 ਕੋਰੀਡੋਰਸ ਬਣੇ ਐਟ ਦੀ ਕਾਸਟ ਆਫ 13,000 ਕਰੋੜ। ਤੇ ਸਟਾਰਟਿੰਗ ਜਨਵਰੀ 1 2024 ਇੰਡੀਆ ਦਾ ਜਿਹੜਾ ਹਿੰਦੂ ਧਰਮ ਦਾ ਸਾਲ ਸ਼ੁਰੂ ਹੋ ਰਿਹਾ ਹੈਗਾ, ਉਹਦੇ 'ਚ ਹੀ ਅਯੋਧਿਆ ਇਨਾਗੋਰੇਟ ਹੋਣਾ ਹੈਗਾ। ਤੇ ਬਾਕੀ ਜਿਹੜੇ ਕਾਸ਼ੀ ਨੇ ਜਾਂ ਹੋਰ ਵਾਰਾਣਸੀ ਵਾਲੇ ਜਿਹੜੀਆਂ ਹੈਗੇ ਨੇ ਵਿਗਿਆਨ ਵਿਆਪੀ ਵਾਲਾ ਚੱਲ ਰਿਹਾ ਵਿਵਾਦ, ਉਹਨਾਂ ਨੂੰ ਹਾਈਲਾਈਟ ਕਰ ਦਿੱਤਾ ਜਾਊਗਾ। ਜਿਸ ਤਰ੍ਹਾਂ ਦੀ ਪੋਲਰਾਈਜੇਸ਼ਨ ਮਵਾਤ ਏਰੀਏ 'ਚ ਚੱਲ ਰਹੀ ਹਰਿਆਣੇ 'ਚ, ਕਿਉਂਕਿ ਉਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ, ਉਹਦੇ ਬਾਵਜੂਦ ਵੀ ਮੇਰਾ ਖਿਆਲ ਉੱਥੇ ਜਲੂਸ ਨਿਕਲਿਆ ਹੈਗਾ, ਕਿਉਂਕਿ ਹਜੇ ਕੋਈ ਖਬਰ ਬਾਹਰ ਨਹੀਂ ਆਈ ਵੀ ਉਹ ਜਲੂਸ ਨੇ ਕੀ ਸ਼ੇਪ ਲਈ ਹੈ, ਗਿਆ ਨਹੀਂ ਗਏ, ਕਿਉਂਕਿ ਕੋਈ ਖਬਰ ਹਜੇ ਬਾਹਰ ਨਹੀਂ ਆਈ ਜਦੋਂ ਆਪਣਾ ਰਿਕਾਰਡ ਹੋ ਰਿਹਾ ਪ੍ਰੋਗਰਾਮ। ਜਿੱਥੋਂ ਤੱਕ 51 ਕੁ ਲੋਕਾਂ ਨੂੰ ਆਗਿਆ ਦਿੱਤੀ ਹੈ, ਪਰਮਿਸ਼ਨ ਤਾਂ ਦਿੱਤੀ ਨਹੀਂ ਹੈ ਜਿਹੜਾ ਇਹ ਇਹਨਾਂ ਨੇ ਨੂੰਹ ਦੇ ਵਿੱਚ ਕੀਤਾ ਗਿੱਲ ਸਾਹਿਬ। ਪਰ ਗੱਲ ਇਹ ਹੈ ਕਿ ਇਸ ਤਰ੍ਹਾਂ ਦਾ ਧਰਮੀਕਰਨ ਹੋਣਾ, ਤੇ ਉਧਰ ਕਸ਼ਮੀਰ 'ਚ ਵੀ 370 ਦੇ ਮਾਨੇ ਰਾਜਨੀਤਿਕ ਦੇ ਨਾਲ ਧਾਰਮਿਕ ਵੀ ਨਿਕਲਦੇ ਨੇ। ਥੋੜਾ ਜਿਹਾ ਉਸ ਪਾਸੇ ਨੂੰ ਅਗਰ ਆਈਏ, ਕਸ਼ਮੀਰ 370 ਤੋਂ ਬਾਅਦ ਕੁਝ ਕਾਨੂੰਨੀ ਚੀਜ਼ਾਂ ਵੀ ਹੋ ਰਹੀਆਂ ਨੇ ਜੀ। ਨਵੀਂ ਡਿਵੈਲਪਮੈਂਟ ਹੋਈ ਹੈ ਨਾ ਸੁਪਰੀਮ ਕੋਰਟ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ 2 ਤਰੀਕ ਤੋਂ ਕੰਟੀਨਿਊਸ ਹੀਅਰਿੰਗ ਚੱਲ ਰਹੀ ਹੈਗੀ ਆ 370 ਦੀ ਐਬਰੋਗੇਸ਼ਨ ਬਾਰੇ, ਜਿਹੜਾ 2019 ਅਗਸਤ 5 ਨੂੰ ਇਹਨਾਂ ਨੇ ਉੱਥੇ ਤੋੜਿਆ ਸੀਗਾ ਜਿਹੜਾ 370 ਆਰਟੀਕਲ। ਤੇ ਉਹਨਾਂ ਨੂੰ ਇਹਨਾਂ ਨੇ ਕਾਰਨ ਦੱਸਿਆ ਸੀ ਕਿ ਉੱਥੇ ਕਾਂਸਟੀਟਿਊਸ਼ਨਲ ਕ੍ਰਾਈਸਿਸ ਹੈਗੇ ਆ, ਕਾਂਸਟੀਟਿਊਸ਼ਨਲੀ ਕਲੈਪਸ ਕਰ ਗਿਆ ਹੈ ਕਸ਼ਮੀਰ ਦੀ ਐਡਮਿਨਿਸਟ੍ਰੇਸ਼ਨ। ਹੁਣ ਜਿਹੜੀ ਇੱਕ ਨਵੇਂ ਵਕੀਲ ਨੇ ਜਿਹੜਾ ਵਨ ਆਫ ਦੀ ਪਟੀਸ਼ਨਰ ਆ, ਉਹਨੇ ਜੋ ਰੱਖੀ ਹੈਗੀ ਪਟੀਸ਼ਨ ਸਾਹਮਣੇ ਸੁਪਰੀਮ ਕੋਰਟ ਦੇ 5 ਜੱਜ ਬੈਂਚ ਦੇ ਅੱਗੇ, ਹੈਡਡ ਬਾਈ ਚੀਫ ਜਸਟਿਸ ਆਫ ਇੰਡੀਆ ਚੰਦਰਾਚੂੜ, ਉਹਨਾਂ ਨੇ 1971 ਦੀ ਜੱਜਮੈਂਟ ਰੱਖੀ ਆ, ਮਾਰਚ 1971 ਦੀ, ਜਿਹੜੀ ਕਿ ਉਸ ਟਾਈਮ ਤੇ ਚੀਫ ਜਸਟਿਸ SK ਸੀਕਰੀ ਨੇ ਦਿੱਤੀ ਸੀ। ਉਹ ਸੀਗੀ ਅਬਾਊਟ ਤਾਮਿਲਨਾਡੂ। ਉਦੋਂ ਉੱਥੇ ਪ੍ਰੈਜ਼ੀਡੈਂਟ ਰੂਲ ਲੱਗਿਆ ਸੀ, ਉਹ ਕਰਨਾ ਨਦੀ ਦੇ ਮੁਤਲਕ ਕੇਸ ਸੀਗਾ। ਇਸੇ ਤਰ੍ਹਾਂ ਦਾ ਪ੍ਰੈਜ਼ੀਡੈਂਟ ਰੂਲ ਬਾਰੇ ਕੇਸ ਸੀਗਾ ਕਿ ਉੱਥੇ ਜਦੋਂ ਕਾਂਸਟੀਚੂਐਂਟ ਅਸੈਂਬਲੀ ਤਾਂ ਹੈ ਨਹੀਂ ਸੀਗੀ, ਉਸ ਦੇ ਬਾਵਜੂਦ ਇਹਨਾਂ ਨੇ ਉੱਥੇ ਜਿਹੜਾ ਸੀਗਾ ਪ੍ਰੈਜ਼ੀਡੈਂਟ ਜਦੋਂ ਰੂਲ ਲਾਇਆ ਜਾਂ ਇਸ ਤਰ੍ਹਾਂ ਦਾ ਜੋ ਕੀਤਾ, ਜਿਸ ਤਰ੍ਹਾਂ ਦਾ ਕਸ਼ਮੀਰ 'ਚ ਕੀਤਾ ਹੈਗਾ ਜੀ, ਉਹਦਾ ਉਹਨਾਂ ਨੇ ਇੱਕ ਰੂਲਿੰਗ ਦਿੱਤੀ ਸੀ ਵੀ ਜਦੋਂ ਉੱਥੇ ਪਹਿਲੇ ਗਵਰਨਰ ਦਾ ਰਾਜ ਹੋਏ ਤਾਂ ਉਸ ਚੀਜ਼ ਨੂੰ ਤੁਸੀਂ ਕਾਂਸਟੀਟਿਊਸ਼ਨਲ ਕ੍ਰਾਈਸਿਸ ਨਹੀਂ ਕਹਿ ਸਕਦੇ। ਹੁਣ ਇਹਦਾ ਕੀ ਜਵਾਬ ਦਿੰਦੇ ਹੈਗੇ ਜੱਜਿਸ ਦਿੰਦੇ ਹੈਗੇ, ਤਾਂ ਜਾਂ ਯੂਨੀਅਨ ਗਵਰਨਮੈਂਟ ਇਹਦਾ ਕੀ ਜਵਾਬ ਦੇਊਗੀ, ਉਹ ਹਜੇ ਸਾਹਮਣੇ ਨਹੀਂ ਆਈ ਵੀ ਅੱਜ ਉਹਨਾਂ ਨੇ ਇਸ ਬਾਰੇ ਕੀ ਪੈਰਵਾਈ ਕੀਤੀ। ਪਰ ਉਹ ਜਿਹੜਾ ਪੱਖ ਉਹਨੇ ਰੱਖਿਆ ਹੈਗਾ, ਮੇਰੇ ਖਿਆਲ ਅੱਜ ਹੀ ਪੱਖ ਰੱਖਿਆ ਇਹ ਪੱਖ ਜਿਹੜਾ ਹੈਗਾ ਬਹੁਤ ਵਾਇਬਲ ਪੱਖ ਹੈਗਾ, ਜਿਹਨੂੰ ਲੀਗਲੀ ਕੰਸੀਡਰ ਕੀਤਾ ਜਾਵੇ ਕਿ ਜਿਹੜੀ ਰੂਲਿੰਗ ਆਈ ਸੀ ਉਦੋਂ ਮਾਰਚ 1971 ਦੇ ਵਿੱਚ, ਉਹ ਅੱਜ ਦੇ ਸੰਦਰਭ ਵਿੱਚ ਵੀ ਸਟੈਂਡ ਕਰਦੀ, ਕਿਉਂਕਿ ਉਹ ਵੀ ਕਾਂਸਟੀਟਿਊਸ਼ਨਲ ਬੈਂਚ ਦੀ ਰੂਲਿੰਗ ਸੀਗੀ, 5 ਜੱਜ ਬੈਂਚ ਦੀ। ਇਸ ਕਰਕੇ ਉਸ ਚੀਜ਼ ਦਾ ਵੀ ਮਤਲਬ ਕਿ ਉਹ ਮਾਇਨੇ ਰੱਖੂਗੀ ਚੀਜ਼ ਵੀ ਅੱਗੇ ਜਾ ਕੇ ਕੀ, ਕਿਉਂਕਿ ਇਹ ਜਿਹੜਾ ਡਿਸੀਜਨ ਹੋਊਗਾ ਇਹ ਬਹੁਤ ਗੇਮ ਚੇਂਜਿੰਗ ਡਿਸੀਜਨ ਹੋਊਗਾ ਜੋ ਕਾਂਸਟੀਟਿਊਸ਼ਨਲ ਬੈਂਚ ਡਿਸੀਜਨ ਲਊਗਾ। 24 ਦੀ ਇਲੈਕਸ਼ਨ ਦੇ ਵੀ ਇਸ ਦਾ ਪ੍ਰਭਾਵ ਗਿੱਲ ਸਾਹਿਬ ਜਾਏਗਾ, ਦਰੁਸਤ ਆਖਿਆ ਤੁਸੀਂ। ਦੋਸਤੋ, ਸਾਡੇ ਪ੍ਰੋਗਰਾਮਾਂ ਨੂੰ ਤੁਸੀਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਵਜੇ ਤੋਂ 8:30 ਤੇ ਸ਼ਾਮੀ 7:30 ਤੋਂ 9:30 ਰੇਡੀਓ 'ਤੇ ਲਾਈਵ ਸੁਣ ਸਕਦੇ ਹੋ। ਆਪਣੀ ਵੈਬਸਾਈਟ tivanaradio.com ਹੈ। ਇਸ ਵੀਡੀਓਜ਼ ਦੇ ਲਿੰਕ ਤੇ ਆਡੀਓ ਪ੍ਰੋਗਰਾਮਾਂ ਦੇ ਲਿੰਕ ਤੁਸੀਂ ਆਪਣੇ WhatsApp ਨੰਬਰ ਤੇ ਮੰਗਵਾ ਸਕਦੇ ਹੋ। ਆਪਣਾ WhatsApp ਗਰੁੱਪ ਨੰਬਰ ਤੇ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਵਾਲਾ ਨੰਬਰ ਇੰਡੀਆ ਸਟੂਡੀਓ ਦਾ 98 763 09655।
9876309655 ਆਪਣੀ ਵੈਬਸਾਈਟ tiwanaradio.com। ਗਿੱਲ ਸਾਹਿਬ, ਧਾਰਮਿਕ ਮਸਲਿਆਂ ਦੀ ਆਪਾਂ ਗੱਲਬਾਤ ਕਰ ਰਹੇ ਹਾਂ। ਪੰਜਾਬ ਦੀ ਰਾਜਨੀਤੀ ਦੇ ਵਿੱਚ ਧਾਰਮਿਕ ਸਿਆਸਤ ਦਾ ਪੱਖ ਹਮੇਸ਼ ਰਿਹਾ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਕਵਾਇਦ ਤੇ ਹਰਿਆਣਾ ਦੀ ਕਮੇਟੀ ਦਾ ਜਿਹੜਾ ਸਿਲਸਿਲਾ ਚੱਲ ਰਿਹਾ ਪਿਛਲੇ ਕਈ ਦਿਨਾਂ ਤੋਂ, ਇਹਦੇ ਪਿੱਛੇ ਕਾਫੀ ਕੁਝ ਹੋ ਰਿਹਾ। ਇਹਦੇ ਵਿੱਚ ਅਕਾਲ ਤਖਤ ਦਾ ਵੀ ਟੇਢਾ ਇੰਟਰਵੀਨ ਹੋ ਰਿਹਾ ਹੈ ਜੀ। ਨਹੀਂ, ਟੇਢਾ ਤਾਂ ਨਹੀਂ, ਸਿੱਧਾ ਹੀ ਇੰਟਰਵੀਨ ਕਰ ਰਹੇ ਉਹਨਾਂ ਨੇ। ਉਸਦਾ ਜਿਹੜਾ ਪੰਜ ਕੋਹਾ ਦੇ ਵਿੱਚ ਜਿਹੜਾ ਆਪਸ 'ਚ ਉਹਨਾਂ ਦਾ ਗਾਲੀ ਗਲੋਚ ਹੋਇਆ, ਜਦੋਂ ਉਹਨਾਂ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਚੱਲ ਰਹੀ ਸੀ ਆਪਸ 'ਚ, ਜਿਹੜੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਹੈਗੀ ਆ, ਉਹਦਾ ਇਹਨਾਂ ਨੇ ਮਤਲਬ ਕਿ ਲਿਆ ਹੈਗਾ ਸੋ ਮੋਟੋ ਨੋਟਿਸ। ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਨੇ ਇਹਨਾਂ ਕੋਲ ਸ਼ਿਕਾਇਤ ਤਾਂ ਕੀਤੀ ਨਹੀਂ ਗੀ, ਪਰ ਇਹਨਾਂ ਨੇ ਆਪਣੇ ਲੈਵਲ 'ਤੇ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਨੂੰ ਇੰਟਰਵੀਨ ਕਰਾਇਆ। ਹੁਣ ਉਹਨਾਂ ਨੇ ਆਪਣੇ ਵੱਲੋਂ 5 ਮੈਂਬਰੀ ਕਮੇਟੀ ਬਣਾਈ ਹੈ ਜਿਹੜੀ ਕਿ ਇਸ ਅਫੇਅਰਸ ਦੇ ਵਿੱਚ ਲੁੱਕ ਇਨਟੂ ਕਰੂਗੀ, ਅਤੇ ਉਸ ਤੋਂ ਬਾਅਦ ਉਹ ਕੀ ਰੂਲਿੰਗ ਦਿੰਦੇ ਹੈਗੇ ਆ। ਜਦ ਕਿ ਜੇ ਦੇਖਿਆ ਜਾਵੇ ਤਾਂ ਉਹ ਉਹਨਾਂ ਦਾ ਇੰਟਰਨਲ ਮੈਟਰ ਹੈਗਾ, ਜਾਂ ਤਾਂ ਉਹਨਾਂ ਦੇ ਵਿੱਚੋਂ ਮੈਂਬਰ ਸਾਹਿਬਾਨ ਜਾਂ ਕੋਈ ਹੋਰ ਜਿਹੜੇ ਹੈਗੇ ਉਹਨਾਂ ਕੋਲ ਸ਼ਿਕਾਇਤ ਲੈ ਕੇ ਆਉਣ। ਹਾਂ, ਉਹ ਮਹੰਤ ਕਰਮਜੀਤ ਜਿਹੜੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਇਹ ਜ਼ਰੂਰ ਤਕੀਦ ਕੀਤੀ ਹੈ ਕਿ ਐਕਸ਼ਨ ਲਿਆ ਜਾਵੇ ਜਿਹੜਾ ਕਿ ਬਾਬੇ ਦਾਦੂਵਾਲ ਦੇ ਉੱਤੇ, ਕਿ ਜਿਸ ਤਰ੍ਹਾਂ ਦਾ ਉਹਨਾਂ ਨੇ ਬਿਹੇਵੀਅਰ ਕੀਤਾ ਹੈਗਾ। ਦੂਜੇ ਪਾਸੇ ਦਾਦੂਵਾਲ ਇਸ ਚੀਜ਼ ਨੂੰ ਡਿਨਾਈ ਕਰ ਰਿਹਾ ਕਿ ਮੇਰੇ ਵੱਲੋਂ ਇੱਦਾਂ ਦਾ ਕੁਛ ਨਹੀਂ ਹੋਇਆ, ਜਦ ਕਿ ਉਹ ਸਾਰੀ ਚੀਜ਼ ਰਿਕਾਰਡਡ ਹੋਈ ਆ, ਕਿਸੇ ਨੇ ਉੱਥੇ ਰਿਕਾਰਡਿੰਗ ਕੀਤੀ ਆ ਉਸ ਟਾਈਮ ਦੀ, ਅਤੇ ਉਹ ਬੜੀ ਹੀ ਮੰਦਭਾਗੀ ਘਟਨਾ ਹੋਈ ਹੈ ਜੋ ਵੀ ਕੁਛ ਹੋਇਆ ਹੈਗਾ। ਉਹ ਕੰਡੈਮੇਬਲ ਤਾਂ ਜ਼ਰੂਰ ਹੈਗੀ ਆ, ਪਰ ਜੇ ਉਹਨੂੰ ਸਮਝ ਕੇ ਕਿਸੇ ਨੂੰ ਕਹੋ ਜੀ ਅਸੀਂ ਤਨਖਈਆ ਕਰਾਰ ਦੇਣਾ ਜਾਂ ਉਹਦੇ 'ਤੇ ਕੋਈ ਕਾਰਵਾਈ ਕਰਨੀ, ਮੇਰੇ ਖਿਆਲ ਦਿਸ ਇਜ਼ ਅਗੇਂਸਟ ਦਾ ਨੋਰਮਸ। ਜਿਹੜੇ ਨੋਰਮਸ ਅਡੋਪਟ ਕਰ ਰਹੇ, ਅਤੇ ਬਾਰ-ਬਾਰ ਇਹ ਮੁੱਖ ਸੇਵਾਦਾਰ ਦੀ ਭੂਮਿਕਾ ਇਸ ਬਾਰੇ ਕੁਐਸਚਨ ਹੋ ਰਹੀ ਹੈ ਕਿ ਉਹ ਇੱਕ ਪੱਖ ਦੇ ਵੱਲੋਂ ਹੋ ਕੇ ਹੀ ਮੁੱਖ ਸੇਵਾਦਾਰੀ ਨਿਭਾ ਰਹੇ ਨੇ। ਗਿੱਲ ਸਾਹਿਬ, ਜਿਹੜਾ ਸੁਖਬੀਰ ਬਾਦਲ ਹੋਰਾਂ ਦਾ ਪਿਛਲੇ ਦਿਨੀ ਬਿਆਨ ਹੈ ਕਿ ਬੀਜੇਪੀ ਨਾਲ ਸਾਡਾ ਹਰਗਿਜ਼ ਸਮਝੌਤਾ ਨਹੀਂ ਹੋਏਗਾ, ਉਹਨੂੰ ਕਿੱਦਾਂ ਵੇਖ ਰਹੇ ਹੋ? ਨਹੀਂ, ਉਹ ਮੇਰਾ ਖਿਆਲ ਅਗਰੈਸਿਵ ਪੋਸਚਰਸ ਲੈ ਰਹੇ ਆ ਟੂ ਕੱਟ ਸਮ ਬਰਾਉਨੀ ਪੁਆਇੰਟਸ ਵੀ। ਇਹਦੇ ਨਾਲ ਸ਼ਾਇਦ ਉਹਨਾਂ ਨੂੰ ਅਟੈਂਸ਼ਨ ਮਿਲ ਜੇ, ਉਹਨਾਂ ਨੂੰ ਪਤਾ ਤਾਂ ਹੈਗਾ ਵੀ ਸਾਡੇ ਪੈਰਾਂ ਥੱਲੇ ਗਰਾਊਂਡ ਨਿਕਲ ਗਈ। ਹੁਣ ਤੁਸੀਂ ਜਿਵੇਂ ਉੱਥੋਂ ਦੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਿੰਗ ਸ਼ੁਰੂ ਹੋਣੀਆਂ ਨੇ, ਬਣਨੀਆਂ ਵੋਟਿੰਗ ਸੀਜ਼ਨ, ਉਹ 1 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਜਾਣਾ। ਹੁਣ ਤੱਕ ਇਹ ਵੇਮੈਂਟਲੀ ਕੰਡੈਮ ਕਰਦੇ ਆ ਹਰਿਆਣੇ ਦੀ ਜਿਹੜੀ ਗੁਰਦੁਆਰਾ ਕਮੇਟੀ ਦੀ ਫਾਰਮੇਸ਼ਨ ਹੋਈ ਹੈ। ਈਵਨ ਇੱਥੋਂ ਤੱਕ ਇਹਨਾਂ ਨੇ ਮੁੱਖ ਸੇਵਾਦਾਰ ਤੋਂ ਵੀ ਇਹ ਬਿਆਨ ਦਵਾਇਆ ਕਿ ਇਹ ਉਸ ਤਰ੍ਹਾਂ ਦਾ ਹੈਪਨਿੰਗ ਹੋਈ ਹੈ ਜਿਵੇਂ ਕਿ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ ਸੀ ਜੂਨ 1904। ਤੁਸੀਂ ਦੇਖੋ ਵੀ ਕਿਸ ਤਰ੍ਹਾਂ ਦੀਆਂ ਇਹ ਸਿਮਿਲੈਰਿਟੀਜ਼ ਲੱਭ ਰਹੇ ਨੇ। ਇੱਕ ਕਮੇਟੀ ਬਣੀ ਹੈ ਨਾ ਸਟੇਟ ਦੀ, ਉੱਥੋਂ ਦੇ ਸਿੱਖਾਂ ਨੂੰ ਇਹਨਾਂ ਨੇ ਮੋਬਿਲਾਈਜ਼ ਵੀ ਕਰਨਾ ਚਾਹਿਆ ਸ਼੍ਰੋਮਣੀ ਅਕਾਲੀ ਦਲ ਨੇ ਕਿ ਵੀ ਇਹਦੇ ਖਿਲਾਫ ਤੁਸੀਂ ਆਵਾਜ਼ ਉਠਾਓ, ਤਾਂ ਉਹ ਆਵਾਜ਼ ਇਹਨਾਂ ਦੀ ਕਿਤੇ ਵੀ ਉਠਾਈ ਨਹੀਂ ਗਈ। ਇਹਦਾ ਮਤਲਬ ਕਿ ਹਰਿਆਣੇ ਦੇ ਸਿੱਖਸ ਉਹਦੇ ਨਾਲ ਐਗਰੀ ਕਰਦੇ ਕਿ ਸਾਡੀ ਇੰਡੀਪੈਂਡੈਂਟ ਬੋਡੀ ਬਣਨੀ ਜੀ। ਜੇ ਦਿੱਲੀ ਦੀ ਬਣ ਸਕਦੀ ਹੈ ਤਾਂ ਹਰਿਆਣੇ ਦੀ ਕਿਉਂ ਨਹੀਂ ਬਣ ਸਕਦੀ? ਠੀਕ ਆ ਵੀ ਇਹਦੇ ਨਾਲ SGPC ਦੇ ਸਟੇਟਸ ਨੂੰ ਸੱਟ ਵੱਜੀ ਹੈ, ਪਰ ਉਹ ਵੱਜੀ ਤਾਂ ਕਿਉਂਕਿ ਇਹਨਾਂ ਨੇ ਨੈਗਲੈਕਟ ਕੀਤਾ। ਤੁਸੀਂ ਦੇਖੋ ਜਦੋਂ ਵੀ ਕਿਸੇ ਦੀ ਇਹ ਪਨਿਸ਼ਮੈਂਟ ਪੋਸਟਿੰਗ ਕਰਦੇ ਹੈਗੇ SGPC ਵਾਲੇ, ਤਾਂ ਉਹਨਾਂ ਨੂੰ ਜਾਂ ਤਾਂ UP ਭੇਜ ਦਿੰਦੇ ਆ ਜਾਂ ਹਰਿਆਣੇ ਭੇਜ ਦਿੰਦੇ ਸੀ। ਇਹਦਾ ਮਤਲਬ ਪਨਿਸ਼ਮੈਂਟ ਜਿਹਨੂੰ ਕਰ ਰਹੇ ਸੀ ਅਲਟੀਮੇਟਲੀ ਉਹ ਰਿਟੈਲੀਏਟ ਬੈਕ ਕਰਕੇ ਚੀਜ਼। ਤੇ ਹੁਣ ਇਹ ਜਿਸ ਤਰ੍ਹਾਂ ਇੰਨੀ ਈਗਰਨੈਸਲੀ ਇਹਨਾਂ ਨੇ ਅਨਾਊਂਸ ਕੀਤਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿ ਅਸੀਂ ਇਹ ਇਲੈਕਸ਼ਨਾਂ ਲੜਨੀਆਂ। ਹੁਣ ਮੈਂ ਦੱਸੋ ਵੀ ਇੱਕ ਪਾਸੇ ਤੁਸੀਂ ਫੌਜੀ ਹਮਲਾ ਦੱਸ ਰਹੇ ਹੋ ਉਸ ਕਾਰਵਾਈ ਨੂੰ, ਹੁਣ ਤੁਸੀਂ ਉਸ ਕਾਰਵਾਈ ਵਿੱਚ ਆਪਣੀ ਪ੍ਰੈਜ਼ੈਂਸ ਦੇ ਰਹੇ ਆ। ਇਹ ਤੋਂ ਵੱਡੀ ਕੰਟਰਾਡਿਕਸ਼ਨ ਕੀ ਹੋ ਸਕਦੀ ਹੈ ਪੰਥ ਵਿੱਚ? ਬਿਲਕੁਲ। ਫਿਰ ਆਪਾਂ ਕਸੂਰ ਕਿਸੇ ਹੋਰ ਦਾ ਲੱਭਦੇ ਹੈਗੇ ਉਸ ਦੇ ਵਿੱਚ। ਪਾਰਟੀ ਇਹ ਜਿਹੜੇ ਹੈ ਨਾ ਲੀਡਰਸ, ਪੋਲੀਟੀਕਲ ਲੀਡਰਸ ਨੇ ਆਪਣੇ ਸਿੱਖ ਕੌਮ ਦੇ ਵਿੱਚ ਖਾਸ ਕਰਕੇ ਇਹ ਹੁਣ ਆਪਣੀ ਮਾਸ ਮੋਬਿਲਾਈਜੇਸ਼ਨ ਗਵਾ ਚੁੱਕੀ ਆ। ਪਰ ਗਿੱਲ ਸਾਹਿਬ, ਜਿਸ ਤਰ੍ਹਾਂ ਹੁਣ ਤੁਸੀਂ ਵੇਖੋ ਕਿ ਦਿਦਾਰ ਸਿੰਘ ਨਲਵੀ ਤੇ ਜਗਦੀਸ਼ ਸਿੰਘ ਝੀਂਡਾ ਹੋਰਾਂ ਨੇ ਇਹ ਝੰਡਾ ਚੁੱਕਿਆ, ਰਘੂਜੀਤ ਸਿੰਘ ਵਿਰਕ ਦੇ ਮਤਭੇਦ ਇਹਨਾਂ ਨਾਲ ਸੀ, ਉਹ ਅਕਾਲੀ ਦਲ ਵੱਲ ਸੀਗੇ। ਉਸ ਤੋਂ ਬਾਅਦ ਬਲਜੀਤ ਸਿੰਘ ਦਾਦੂਵਾਲ ਸਿੱਖ ਪ੍ਰਚਾਰਕ ਸਭ ਕੁਝ ਕੈਸ਼ ਕਰ ਜਾਂਦੇ ਨੇ, ਫਿਰ ਦਾਦੂਵਾਲ ਨੂੰ ਵੀ ਬਗਾਨਾ ਬਣਾ ਦਿੱਤਾ ਗਿਆ ਜਾਂ ਬਗਾਨੇ ਹੋ ਗਏ ਨੇ, ਅੰਦਰੋਂ ਅੰਦਰੀ ਉਹ ਵੀ ਦੁਖੀ ਨੇ। BJP ਸਿੱਧੇ ਤਰੀਕੇ ਨਾਲ ਇੰਟਰਵੀਨ ਕਰ ਗਈ ਹੈ। ਤੇ ਸਥਿਤੀ ਕੀ ਹੈ ਵੀ ਹਰਿਆਣਾ ਦੀ SGPC ਬਣਨ ਦੇ ਨਾਲ ਹੀ ਕੋਈ ਵਧੀਆ ਕਦਮ ਨਹੀਂ ਕਰ ਸਕੇ, ਲੋਕਾਂ ਦਾ ਦਿਲ ਨਹੀਂ ਜਿੱਤ ਸਕੇ ਕਿ SGPC ਅੰਮ੍ਰਿਤਸਰ ਤੋਂ ਵੱਖ ਹੋ ਕੇ ਵੱਖਰੀ ਕਮੇਟੀ ਨੇ ਕੋਈ ਜ਼ਿਆਦਾ ਕੱਦੂ 'ਚ ਤੀਰ ਮਾਰ ਲਿਆ ਹੋਵੇ? ਇਸੇ ਤਰ੍ਹਾਂ ਦਿੱਲੀ 'ਚ ਇਹ ਤਾਂ ਹੁਣ ਉਹਨਾਂ ਦੇ ਹਰਿਆਣੇ ਦੇ ਸਿੱਖਸ ਦਾ ਫੈਸਲਾ ਨਾ। ਇਹ ਤਾਂ ਹੁਣ ਜਦੋਂ ਇਲੈਕਸ਼ਨਸ ਉੱਥੇ ਹੋਣਗੀਆਂ, ਮੇਰੇ ਖਿਆਲ 24 ਦੀਆਂ ਜਨਰਲ ਇਲੈਕਸ਼ਨਸ ਤੋਂ ਬਾਅਦ ਹੀ ਹੋਣਗੀਆਂ, ਜਿਸ ਤਰ੍ਹਾਂ ਦੀ ਸੁਭਾਵਨਾ ਦਾ ਜ਼ਿਕਰ ਹੋ ਰਿਹਾ ਹੈਗਾ। ਤੋਂ ਪਹਿਲੇ ਤਾਂ ਹੁਣ ਹਜੇ ਤਾਂ ਵੋਟਿੰਗ ਬਣ ਲੱਗਿਆ, ਜਦੋਂ ਪਹਿਲੇ ਵੋਟਿੰਗਾਂ ਉਹਨਾਂ ਦੀ ਵੋਟਰ ਲਿਸਟ ਨਵੀਂ ਬਣੂਗੀ ਸਾਰੀ,
ਪਹਿਲੇ ਤਾਂ ਉਹ ਅਟੈਚ ਰਹੇ, ਸਿਰਫ 15 ਸੀਟਾਂ ਸੀ ਮੇਰੇ ਖਿਆਲ ਹਰਿਆਣੇ ਵਿੱਚੋਂ। ਓਕੇ, ਵੀ ਨਵੀਂ ਟੀਮ ਸ਼ਾਇਦ ਬਿਹਤਰ ਕੰਮ ਹੁਣ ਜਿਹੜੀ ਨਵੀਂ ਟੀਮ ਬਣੂਗੀ ਉਹ ਜ਼ਿਆਦਾ ਮੈਂਬਰਸ ਹੋਣਗੇ, ਜ਼ਿਆਦਾ ਮਤਲਬ ਕਿ ਬਣਨਗੀਆਂ। ਉਸ ਜਿਹੜਾ ਪ੍ਰੋਸੀਜਰਸ ਆ, ਫਿਰ ਉਹ ਪ੍ਰੋਸੀਜਰ ਸੈੱਟ ਹੋਊਗਾ, ਫਿਰ ਗਵਰਨਮੈਂਟ ਡਿਸਾਈਡ ਕਰੂਗੀ ਵੀ ਉਹਨਾਂ ਨੇ ਕਦੋਂ ਇਲੈਕਸ਼ਨਸ ਕਰਾਉਣੀਆਂ, ਕਿਉਂਕਿ ਹੁਣ ਤਾਂ ਇਹ ਸਟੇਟ ਸਬਜੈਕਟ ਹੈ ਨਾ। ਪਰ ਜਿਵੇਂ ਹੁਣ ਰੂਲਿੰਗ ਪਾਰਟੀ ਬੀਜੇਪੀ ਦਾ ਹਰ ਸੂਬੇ 'ਚ ਜ਼ੋਰ ਅਜਮਾਇਸ਼ ਹੈ, ਜੇ ਪੰਜਾਬ 'ਚ ਵੀ ਆਉਂਦੇ ਹੁਣ ਸੁਖਦੇਵ ਸਿੰਘ ਢੀਂਡਸਾ ਜਾਂ ਹੋਰ ਸਿੱਖ ਪੰਥਕ ਧਿਰਾਂ, ਈਵਨ ਟਕਸਾਲ ਨਾਲ ਸੰਬੰਧਿਤ ਕੁਝ ਲੋਕ ਸਿੱਧੇ ਬੀਜੇਪੀ 'ਚ ਸ਼ਾਮਲ ਹੋ ਗਏ ਨੇ, ਤੇ ਫਿਰ ਬੀਜੇਪੀ ਦੀ ਸਿੱਧੀ ਐਂਟਰੀ ਹੋ ਗਈ ਹੈ। ਬਾਦਲਾਂ ਵਕਤ ਕਿਹਾ ਜਾਂਦਾ ਸੀ ਕਿ ਆਰਐਸਐਸ ਦੇ ਇਸ਼ਾਰੇ ਤੇ ਬਾਦਲ ਕੰਮ ਕਰਦੇ ਨੇ ਐਸਜੀਪੀਸੀ ਦਾ। ਹੁਣ ਤੇ ਬੀਜੇਪੀ ਅਲਾਇੰਸ ਵਾਲੇ ਜਿਹੜੇ ਸਿੱਖ ਧੜੇ ਨੇ, ਭਾਵੇਂ ਮਨਜਿੰਦਰ ਸਿੰਘ ਸਿਰਸਾ ਆ, ਕਾਲਕਾ ਸਾਹਿਬ ਹੈ, ਉਹਨਾਂ ਦੀ ਸਿੱਧੀ ਸ਼ਮੂਲੀਅਤ ਹੋ ਗਈ ਹੈ। ਫਿਰ ਉਹ ਧਰਮ 'ਚ ਆਰਐਸਐਸ ਦੀ ਐਂਟਰੀ ਵਾਲਾ ਫਿਰ ਉਹ ਪੈਟਰਨ ਕਿੱਥੇ ਜਾਂਦਾ? ਹੁਣ ਤਾਂ ਸਿਰਫ ਨੰਗਾ ਚਿੱਟਾ ਹੀ ਸਿੱਧੀ ਟੱਕਰ ਹੋਊਗੀ, ਨੰਗੀ ਚਿੱਟੀ। ਹਾਂ, ਤਾਂ ਮਤਲਬ ਕਿ ਇਹਦੇ 'ਚ ਕੋਈ ਸ਼ੱਕ ਸ਼ਬਾ ਹੈ ਹੀ ਨਹੀਂਗਾ ਵੀ ਜੇ ਇਲੈਕਸ਼ਨਸ ਹੋਣਗੇ ਅੱਜ ਨਹੀਂ ਤਾਂ ਕੱਲ ਇਲੈਕਸ਼ਨਸ ਤਾਂ ਹੋਣਗੇ, ਜਦੋਂ ਵੋਟਰ ਲਿਸਟ ਬਣ ਰਹੀ। ਵੋਟਰ ਜੇ ਬਣ ਨਹੀਂ ਰਿਹਾ, ਕੁਛ ਪੰਜਾਬ ਦੇ ਵਿੱਚ ਨਹੀਂ ਬਣ ਰਿਹਾ ਐਸਜੀਪੀਸੀ ਦੀ ਇਲੈਕਸ਼ਨ ਬਾਰੇ ਵੀ, ਇਹਦੇ 'ਚ ਕਿਹਦਾ ਇੰਟਰਸਟ ਹੈਗਾ? ਕਿਉਂਕਿ ਜਿਹੜੀ ਧਿਰ ਹੈਗੀ ਹੈ, ਜਿਹੜੀ ਹੁਣ ਉੱਥੇ ਕਾਬਜ਼ ਧਿਰ ਹੈਗੀ ਆ, ਵੈਸੇ ਤਾਂ ਉਹ ਇਲੀਗਲ ਹੈ, ਕਿਉਂਕਿ ਉਹ ਆਪਣੀ ਟਰਮ ਤਾਂ ਪੂਰੀ ਕਰ ਚੁੱਕੇ, ਪੂਰੀ ਤੱਕ ਹੋ ਚੁੱਕਿਆ। ਉੱਤੇ ਇਹਨਾਂ ਨੂੰ ਸਗੋਂ ਉੱਥੇ ਐਡ ਹੌਕ ਕਮੇਟੀ ਬਣਾਉਣੀ ਚਾਹੀਦੀ ਸੀ ਸੈਂਟਰ ਗਵਰਨਮੈਂਟ ਨੂੰ, ਜੇ ਕਿਉਂਕਿ ਇਲੈਕਸ਼ਨਾਂ ਵੀ ਤਾਂ ਸੈਂਟਰ ਗਵਰਨਮੈਂਟ ਨੇ ਕਰਾਉਣੀਆਂ ਨੇ, ਜ਼ਿੰਮੇਵਾਰੀ ਤਾਂ ਉਹਨਾਂ ਦੀ ਹੈ। ਪਰ ਹੁਣ ਜਿਸ ਤਰ੍ਹਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ ਹੋਈ ਹੈ, ਇਹਦੇ ਨਾਲ ਇੱਕ ਹੋਰ ਕਨਸਟੀਟਿਊਸ਼ਨਲ ਇਸ਼ੂ ਆਉਂਦਾ ਵੀ ਕੀ ਐਸਜੀਪੀਸੀ ਹਜੇ ਸਟਿਲ ਸੈਂਟਰਲ ਬੋਡੀ ਹੈ? ਇਹ ਕਿਉਂਕਿ ਜਿਹੜਾ 1925 ਦਾ ਗੁਰਦੁਆਰਾ ਐਕਟ ਆ, ਉਹ ਦੈਟ ਵਾਸ ਕ੍ਰੀਏਟਡ ਬਾਈ ਦਾ ਪੰਜਾਬ ਅਸੈਂਬਲੀ, ਤੇ ਉਹਨੂੰ ਕਦੀ ਵੀ ਇੰਡੀਅਨ ਪਾਰਲੀਮੈਂਟ ਨੇ ਨਾ ਤਾਂ ਆਪਣਾ ਵਿਸ਼ਾ ਬਣਾਇਆ ਹੈਗਾ, ਤੇ ਨਾ ਹੀ ਉਹਨੂੰ ਕਦੀ ਫਾਰਮੂਲੇਟ ਕੀਤਾ ਸੀਗਾ ਕਿ ਇਹ ਸਾਡੇ ਵੱਲੋਂ ਐਲਾਨਿਆ ਹੋਇਆ ਹੈਗਾ। ਸਿਰਫ ਸਟੇਟ ਅਸੈਂਬਲੀ ਦਾ ਸਬਜੈਕਟ ਸੀ, ਪਰ ਜਦੋਂ ਪਾਰਟੀਸ਼ਨ ਹੋਈ ਹੈ ਉਸ ਤੋਂ ਬਾਅਦ ਉਹ ਐਸ ਸੱਚ ਹੀ ਚਲਾ ਗਿਆ ਮਤਲਬ ਕਿ ਸੈਂਟਰਲ ਗਵਰਨਮੈਂਟ ਕੋਲੇ। ਫਿਰ ਉਸ ਤੋਂ ਬਾਅਦ ਸਾਰੀਆਂ ਇਲੈਕਸ਼ਨਸ ਦਾ ਪ੍ਰੋਸੀਜਰ ਜਿਹੜਾ ਉਹ ਸੈਂਟਰਲ ਗਵਰਨਮੈਂਟ ਦੀ ਹੋਮ ਮਿਨਿਸਟਰੀ ਕੋਲੇ ਕੰਟਰੋਲ ਚਲਾ ਗਿਆ। ਉਹ ਨਾ ਤਾਂ ਕਿਸੇ ਨੇ ਅਪੋਜ਼ ਕੀਤਾ ਅੱਜ ਤੱਕ, ਤੇ ਨਾ ਹੁਣ ਕਿਸੇ ਬਾਰੇ ਸੋਚਿਆ। ਹੁਣ ਜਦੋਂ ਇਹਨਾਂ ਨੇ ਐਕਟ ਦੇ ਵਿੱਚ ਤਬਦੀਲੀ ਕਰਨੀ ਚਾਹੀ ਹੈ ਭਗਵੰਤ ਮਾਨ ਗਵਰਨਮੈਂਟ ਨੇ, ਭਾਵੇਂ ਇਹ ਸਿੱਖ ਪਰੰਪਰਾਵਾਂ ਦੇ ਆਪਾਂ ਨੇ ਵੱਲੋਂ ਇਹ ਦੱਸਿਆ ਜਾ ਰਿਹਾ ਲੋਕਾਂ ਵੱਲੋਂ ਕਿ ਇਹ ਉਲਟ ਗੱਲ ਹੈਗੀ ਵੀ ਗਵਰਨਮੈਂਟ ਇੰਟਰਵੀਨ ਕਰ ਰਹੀ ਆ। ਪਹਿਲੇ ਕਿਹੜਾ ਐਸਜੀਪੀਸੀ ਗਵਰਨਮੈਂਟ ਦੇ ਅਧੀਨ ਨਹੀਂ ਹੈਗੀ, ਪਹਿਲੇ ਵੀ ਤਾਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹੀ ਪ੍ਰੈਜ਼ਾਈਡ ਕਰਦਾ ਨਾ, ਬਿਲਕੁਲ ਬਿਲਕੁਲ, ਫਿਰ ਉਹ ਵੀ ਤਾਂ ਗਵਰਨਮੈਂਟ ਦਾ ਹੀ ਨੁਮਾਇੰਦਾ ਹੈਗਾ। ਜਦੋਂ ਗੋਰਿਆਂ ਨੇ ਐਕਟ ਬਣਾਇਆ, ਉਹਨਾਂ ਨੇ ਸੋਚ ਕੇ ਹੀ ਐਕਟ ਬਣਾਇਆ ਸੀ, ਉਦੋਂ ਅਕਾਲੀ ਲੀਡਰਸ਼ਿਪ ਤਾਂ ਸਾਰੀ ਅੰਦਰ ਸੀਗੀ। ਉਹਨਾਂ ਨੇ ਜਿਹੜੇ ਉਹਨਾਂ ਦੇ ਪੱਖੀ ਸਿੱਖ ਸੀਗੇ 5, ਉਹਨਾਂ ਨੇ ਉਹਨਾਂ ਵਿਦਵਾਨਾਂ ਤੋਂ ਇਹ ਗੁਰਦੁਆਰਾ ਐਕਟ ਲਿਖਵਾਇਆ ਸੀ, ਤੇ ਅਕਾਲੀਆਂ ਅੱਗੇ ਪੇਸ਼ਕਸ਼ ਰੱਖੀ ਸੀ ਜਿਹੜੇ ਲੀਡਰ ਸੀ ਵੀ ਜਿਹੜਾ ਸਾਈਨ ਕਰੂਗਾ ਉਹਨੂੰ ਅਸੀਂ ਰਿਹਾ ਕਰ ਦਾਂਗੇ ਜੇਲ੍ਹ ਚੋਂ, ਤੇ ਜਿਹੜਾ ਨਹੀਂ ਕਰੂਗਾ ਉਹਨੂੰ ਅਸੀਂ ਜੇਲ੍ਹ 'ਚ ਰੱਖਾਂ। ਫਿਰ ਇਹ ਸਾਰਿਆਂ ਨੂੰ ਹੀ ਇਸ ਚੀਜ਼ ਨਾਲ ਐਗਰੀ ਕਰਨਾ ਪਿਆ ਸੀਗਾ, ਕਿਉਂਕਿ ਇਹਦੇ ਵਿੱਚ ਵਰਟੀਕਲ ਸਪਲਿਟ ਆ ਗਿਆ ਸੀ। ਕੁਛ ਮੈਂਬਰ ਸਵਿਚ ਕਰ ਗਏ ਸੀ, ਉਹਨਾਂ ਨੇ ਸਾਈਨ ਕਰਤੇ ਸੀ, ਕੁਛ ਜਿਹੜੇ ਸੀ ਐਡਾਮੈਂਟ ਸੀ, ਅਲਟੀਮੇਟਲੀ ਉਹਨਾਂ ਨੂੰ ਵੀ ਉਹਦੇ ਨਾਲ ਐਗਰੀ ਕਰਨਾ ਪਿਆ ਸੀ। ਜੀ, ਤੇ ਗਿੱਲ ਸਾਹਿਬ ਪੰਜਾਬ ਦੇ ਵਿੱਚ ਕੋਈ ਦੇਖ ਲੈਣੀ ਪੈਣੀ ਹੈ ਤੁਹਾਨੂੰ। ਸੋ ਦੋਸਤੋ, ਮਾਫੀ ਚਾਹੁੰਦੇ, ਆਪਣੀ ਗੱਲਬਾਤ ਹੋ ਰਹੀ ਸੀ ਰਣਜੀਤ ਸਿੰਘ ਕੁੱਕੀ ਗਿੱਲ ਹੋਰਾਂ ਨਾਲ ਕਿ ਜਿਸ ਤਰ੍ਹਾਂ ਸਾਰੀ ਸਥਿਤੀ ਬਣ ਰਹੀ ਹੈ, ਉਸ ਸਾਰੀ ਸਥਿਤੀ ਦੇ ਮੁਤਲਕ ਸਰਕਮਸਟੈਂਸ ਕੁਝ ਇਸ ਤਰ੍ਹਾਂ ਦੇ ਬਣ ਰਹੇ ਨੇ ਕਿ ਪੰਜਾਬ ਦੇ ਵਿੱਚ ਵੀ ਕੋਈ ਨਵੀਂ ਸਿਆਸੀ ਧਿਰ ਐਸਜੀਪੀਸੀ ਵਾਸਤੇ ਸਾਹਮਣੇ ਆ ਸਕਦੀ ਹੈ, ਕਿਉਂਕਿ ਸੁਖਦੇਵ ਸਿੰਘ ਢੀਂਡਸਾ ਜਾਂ ਹੋਰ ਸਾਰੇ ਇਹਨਾਂ ਨੂੰ ਪਿੱਛੋਂ ਤਾਂ ਬੀਜੇਪੀ ਦਾ ਥਾਪੜਾ ਹੈ ਹੀ ਹੈ, ਅਲਾਇੰਸ ਨੇ, ਕੋਈ ਦੋਰਾਵਾ ਨਹੀਂ। ਪਰ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਜਾਂ ਹੋਰ ਕੋਈ ਧਿਰ, ਈਵਨ ਜਿਹੜੇ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਾਂ ਹੋਰ ਕੋਈ ਧਿਰ ਵੀ ਅਜਮਾਇਸ਼ ਹੋ ਸਕਦੀ ਹੈ, ਜਾਂ ਆਜ਼ਾਦਾਨਾ ਤੌਰ 'ਤੇ ਵੀ ਕਈ ਇਲਾਕਿਆਂ 'ਚ ਕਈ ਮੈਂਬਰ ਖੜ੍ਹ ਸਕਦੇ ਨੇ। ਤੇ ਆਮ ਆਦਮੀ ਪਾਰਟੀ ਦੀ ਤਰਫੋਂ ਵੀ ਜੇ ਦੇਖਿਆ ਜਾਵੇ ਤਾਂ ਖਾਸ ਕਰਕੇ ਕੁਲਤਾਰ ਸਿੰਘ ਸੰਧਵਾਂ ਸਾਹਿਬ ਸਿੱਖ ਮਸਲਿਆਂ 'ਤੇ ਉਹ ਆਪਣੀ ਕਮਾਂਡ ਰੱਖਦੇ ਨੇ ਜਾਂ ਉਹਨਾਂ ਮਸਲਿਆਂ ਦੇ ਨਾਲ ਉਹ ਵਾਬਸਤਾ ਨੇ। ਸੋ ਇਸ ਕਰਕੇ ਪੰਜਾਬ ਦੀ ਸੱਤਾਧਾਰੀ ਧਿਰ ਵੱਲੋਂ ਵੀ ਇਸ ਤਰ੍ਹਾਂ ਦਾ ਸੀਨ ਕਿਤੇ ਨਾ ਕਿਤੇ ਸਾਹਮਣੇ ਆ ਰਿਹਾ। ਤੇ ਉਧਰ ਅਗਲੀਆਂ 2-3 ਖਬਰਾਂ ਨੇ ਕਿ ਪੰਜਾਬ ਦੇ ਵਿੱਚ ਵੀ ਜਿਹੜਾ ਕੈਬਨਿਟ, ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਅੱਜ ਕੈਬਨਿਟ ਮੀਟਿੰਗ ਹੋਈ ਹੈ, ਜਿਸ ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ ਨੇ। ਉਹਨਾਂ ਫੈਸਲਿਆਂ ਦੇ ਵਿੱਚ ਖਾਸ ਕਰਕੇ ਖੀਸੇ ਜਿਹੜੇ ਨੇ ਕੱਟ ਦਿੱਤੇ ਗਏ ਨੇ,
ਹੁਣ ਭਗਵੰਤ ਮਾਨ ਹੋਰਾਂ ਦਾ ਖੀਸਾ ਭਾਵੇਂ ਵਜ਼ੀਰਾਂ ਦਾ ਖੀਸਾ, ਜਾਣੀ ਕਿ ਉਹਨਾਂ ਦਾ ਜਿਹੜਾ ਫੰਡ ਹੈ, ਮਿਨਿਸਟਰ ਫੰਡ ਹੈ, ਚੀਫ ਮਿਨਿਸਟਰ ਫੰਡ ਹੈ, ਉਹ ਸਾਲ 'ਚ ਕਿੰਨਾ ਖਰਚ ਸਕਦੇ ਨੇ, ਉਸ ਦੇ ਵਿੱਚ ਵੀ ਚੰਗੀ ਕਟੌਤੀ ਲੱਗੀ ਹੈ। ਭਗਵੰਤ ਮਾਨ ਹੋਰਾਂ ਨੂੰ ਪੰਜਾਬ ਦੇ ਚੀਫ ਮਿਨਿਸਟਰ ਕੋਲ 50 ਕਰੋੜ ਰੁਪਏ ਦਾ ਸਾਲਾਨਾ ਫੰਡ ਹੁੰਦਾ ਹੈ, ਜਿਹੜਾ ਉਹ ਫੰਡ ਕਿਤੇ ਵੀ ਦੇ ਸਕਦਾ, ਵਰਤ ਸਕਦਾ ਹੈ। ਪਰ ਉਸ ਦੇ ਵਿੱਚੋਂ ਜੇ ਕਹੀਏ ਤਾਂ 50 ਕਰੋੜ ਦੇ ਵਿੱਚੋਂ ਕੱਟ ਲਾ ਕੇ ਉਹ 37 ਕਰੋੜ ਕਰ ਦਿੱਤਾ ਗਿਆ, ਤੇ ਉਹਦੇ 'ਚ ਤਕਰੀਬਨ 26% ਕੱਟ ਸਿੱਧਾ ਲੱਗ ਜਾਂਦਾ। ਤੁਸੀਂ ਹਿਸਾਬ ਲਾ ਲਓ ਕਿ ਚੌਥਾ ਹਿੱਸਾ ਫੰਡ 'ਚੋਂ ਉੱਡ ਗਿਆ, ਤੇ ਜਿਹੜੇ ਵਜ਼ੀਰ ਸੀ ਉਹਨਾਂ ਦੇ ਫੰਡ ਦੇ ਵਿੱਚ ਇਸ ਤੋਂ ਵੀ ਚੰਗਾ ਚੋਖਾ ਕੱਟ ਲੱਗ ਗਿਆ। ਗਿੱਲ ਸਾਹਿਬ, ਉਹ ਜਿਹੜਾ ਵਜ਼ੀਰਾਂ ਦਾ ਕੱਟ ਲੱਗਿਆ, ਵਜ਼ੀਰਾਂ ਦੀ ਜਿਵੇਂ 3 ਕਰੋੜ ਸਾਲ ਦੀ ਫੰਡਿੰਗ ਹੁੰਦੀ ਹੈ ਜਿਹੜੀ ਉਹ ਵਰਤ ਸਕਦੇ ਨੇ ਪੰਜਾਬ ਦੇ ਕੈਬਨਿਟ ਵਜ਼ੀਰ, ਉਹ 3 ਕਰੋੜ ਤੋਂ ਰਾਸ਼ੀ ਘਟਾ ਕੇ 1.5 ਕਰੋੜ ਕਰ ਦਿੱਤੀ ਗਈ ਹੈ। ਚੀਫ ਮਿਨਿਸਟਰ ਦੀ ਜਿਹੜੀ ਅਧਿਕਾਰਤ ਰਾਸ਼ੀ ਹੁੰਦੀ ਹੈ 50 ਕਰੋੜ, ਉਹ 37 ਕਰੋੜ ਕਰ ਦਿੱਤੀ ਗਈ ਹੈ। 26% ਕੱਟ ਮੁੱਖ ਮੰਤਰੀ ਦੇ ਫੰਡਾਂ ਤੇ ਲੱਗ ਗਿਆ, ਤੇ 50% ਕੱਟ ਹੈ ਜਿਹੜਾ ਉਹ ਵਜ਼ੀਰਾਂ ਦੇ ਕੋਟੇ ਤੇ ਲੱਗ ਗਿਆ। ਹੁਣ ਉਹਦੇ 'ਚ ਫਿਰ ਗਿੱਲ ਸਾਹਿਬ ਡਿਵੈਲਪਮੈਂਟ ਕਿੱਥੋਂ ਹੋਊਗੀ? ਇੰਨਾ ਕੱਟ ਲਾਉਣਾ ਕੀ ਮਜਬੂਰੀ ਹੈ? ਦੂਸਰੇ ਪਾਸੇ ਬੁਟੀਕ ਬਿਜ਼ਨਸ ਹੈ ਜਾਂ ਹੋਰ ਬਿਜ਼ਨਸ ਨੇ, ਉਹਨਾਂ ਤੇ ਸਰਕਾਰ ਸਖਤੀ ਕਰ ਰਹੀ ਹੈ ਕਿ ਅਸੀਂ ਰੈਵਨਿਊ ਜਨਰੇਟ ਕਰਨਾ। ਅੱਜ ਦੀ ਕੈਬਨਿਟ ਮੀਟਿੰਗ ਦੇ ਵਿੱਚ ਇਹ ਕੱਟ ਲਾਉਣ ਦੀ ਕਵਾਇਦ ਨੂੰ ਕਿੱਦਾਂ ਵੇਖਦੇ ਹੋ ਕਿ ਸਰਕਾਰ ਦਾ ਫਿਰ ਖਜ਼ਾਨਾ ਖਾਲੀ ਖੜਕਦਾ, ਇੰਨਾ ਕੱਟ ਲਾਉਣਾ ਪੈ ਗਿਆ? ਜੀ, ਵੈਸੇ ਜੇ ਦੇਖਿਆ ਜਾਵੇ ਨਾ, ਮੈਜੋਰਟੀ ਆਫ ਦਾ ਜਿਹੜਾ ਫੰਡ ਹੈਗਾ, ਚਾਹੇ 50 ਕਰੋੜ ਸੀ, ਚਾਹੇ ਹੁਣ 37 ਕਰੋੜ ਹੋ ਗਿਆ ਜਾਂ 1.5 ਕਰੋੜ ਹੋ ਗਿਆ, ਅੱਜ ਤੱਕ ਮਿਨਿਸਟਰਾਂ ਨੇ ਤੇ ਚੀਫ ਮਿਨਿਸਟਰਾਂ ਨੇ ਸਿਰਫ ਪਿੰਡਾਂ ਦੇ ਨਾਲੀ ਤੇ ਖਾਲੇ ਜਾਂ ਸ਼ਹਿਰਾਂ ਦੀਆਂ ਸੀਵਰੇਜਾਂ ਠੀਕ ਕਰਾਉਣ ਤੇ ਹੀ ਲਾਇਆ। ਬਿਲਕੁਲ। ਪਰ ਉਹ ਅੱਜ ਤੱਕ ਨਾ ਤਾਂ ਸੀਵਰੇਜ ਠੀਕ ਹੋ ਸਕਿਆ, ਨਾ ਡਰੇਨੇਜ ਸਿਸਟਮ ਠੀਕ ਹੋ ਸਕਿਆ, ਨਾ ਨਾਲੀ ਖਾਲੇ ਜਿਹੜੇ ਆ ਉਹ ਪਿੰਡਾਂ ਦੇ ਅੱਜ ਤੱਕ ਠੀਕ ਹੋ ਸਕਿਆ। ਸਿਰਫ ਉਹ ਇੱਕ ਜਿਹੜੇ MP ਰਹੇ ਆ ਜਿਨ੍ਹਾਂ ਨੇ ਆਪਣਾ ਫੰਡ ਸਹੀ ਲਾਇਆ ਹੈਗਾ, ਔਨ ਰੈਕਡ ਜਿਹੜਾ ਹੈਗਾ, ਉਹ ਮਨੋਹਰ ਸਿੰਘ ਗਿੱਲ ਹੈਗਾ। ਉਹਨੇ ਜਿੰਨਾ ਵੀ ਆਪਣਾ ਫੰਡ ਤਰਨਤਾਰਨ ਏਰੀਏ 'ਚ ਬਾਰਡਰ ਡਿਸਟ੍ਰਿਕਟਸ 'ਚ ਲਾਇਆ ਹੈਗਾ, ਉਹਨੇ ਲਾਇਆ ਹੈਗਾ ਐਜੂਕੇਸ਼ਨ ਡਿਵੈਲਪਮੈਂਟ ਤੇ। ਜਿਹੜੇ ਇਹਨਾਂ ਦੇ ਬਹੁਤੇ ਫੰਡਸ ਜਿਹੜੇ ਨੇ ਉਹ ਸਾਰੇ ਹੀ ਇਹਨਾਂ ਨਾਲਿਆਂ 'ਚ ਗਏ ਨੇ, ਜਾਂ ਜਿਹੜੀਆਂ ਮਤਲਬ ਕਿ ਸੜਕਾਂ ਨੇ ਜਾਂ ਰਾਹ ਨੇ ਪਿੰਡਾਂ ਦੇ, ਉਹ ਉਹਨਾਂ ਨੂੰ ਪੱਕਿਆਂ ਕਰਾਉਣ ਤੇ ਗਏ। ਵਿੱਚ ਉਹੀ ਟੈਲਾਂ ਲਾ ਦਿੰਦੇ ਨੇ, ਫਿਰ ਉਹੀ ਟੈਲਾਂ ਪੱਟ ਦਿੰਦੇ ਨੇ। 5 ਸਾਲਾਂ ਬਾਅਦ ਇਹੀ ਹੀ ਪ੍ਰਕਿਰਿਆ ਚੱਲਦੀ ਰਹੀ ਹੈਗੀ ਹੈ। ਜੇ ਤੁਸੀਂ ਕਹੋ ਵੀ ਇਹਨਾਂ ਨੇ ਸਕੂਲਾਂ ਤੇ ਲਾਏ, ਉਹਦਾ ਆਪਣੇ ਸਾਹਮਣੇ ਆ ਰਿਹਾ। ਹੁਣ ਜਦੋਂ ਸਕੂਲ ਆਫ ਐਮੀਨੈਂਸ ਬਾਰੇ ਇੱਕ ਸਕੂਲ ਡਿੱਗਿਆ ਬੱਦੋਵਾਲ ਦਾ, ਤਾਂ ਹੁਣ ਜਿਹੜੀ ਫਿਰ ਕੋਖ ਕੀਤੀ ਗਈ ਤਾਂ ਆਇਆ ਵੀ 250 ਜਿਹੜੇ ਸਕੂਲ ਆ, ਮੇਰੇ ਖਿਆਲ 20,000 ਪਲੱਸ ਸਕੂਲ ਹੈਗੇ ਨੇ ਗਵਰਨਮੈਂਟ ਦੇ, ਉਹਦੇ ਚੋਂ 250 ਸਕੂਲ ਤਾਂ ਬਿਲਕੁਲ ਹੀ ਮਤਲਬ ਕਿ ਇਨਫਰਾਸਟਰਕਚਰ ਹੀ ਡੈਮੇਜ ਹੋ ਚੁੱਕੇ ਨੇ। ਹੁਣ DC ਲੁਧਿਆਣੇ ਨੇ ਇੱਥੇ ਹੁਣ ਆਰਡਰ ਕੀਤਾ ਹੈਗਾ ਵੀ ਜਿੰਨਾ ਚਿਰ ਉੱਥੇ ਰੈਨੋਵੇਸ਼ਨਸ ਚੱਲਦੀ ਹੈ, ਕਿੰਨੇ ਸਕੂਲ ਤਾਂ ਲੁਧਿਆਣੇ ਡਿਸਟ੍ਰਿਕਟ ਦੇ ਵਿੱਚ ਨੇ, ਵੀ ਜਿੱਥੇ ਰੈਨੋਵੇਸ਼ਨ ਚੱਲਦੀ ਆ ਉੱਥੇ ਬੱਚਿਆਂ ਦੀਆਂ ਕਲਾਸਿਸ ਉਹ ਸਕੂਲ 'ਚ ਨਹੀਂ ਲੱਗਣਗੀਆਂ। ਹੁਣ ਕਿੱਥੇ ਲੱਗਣਗੀਆਂ? ਕਿਉਂਕਿ ਇਹਨਾਂ ਨੇ ਜਿੱਦਾਂ ਹੈਪਹੈਜ਼ਰਡ ਸਟੈਪ ਚੱਕਿਆ ਸਕੂਲ ਆਫ ਐਮੀਨੈਂਸ ਵਾਲਾ ਦਿੱਲੀ ਦੀ ਨਕਲ ਤੇ, ਜਦ ਕਿ ਦਿੱਲੀ ਮਾਡਲ ਆਪਾਂ ਦੇਖ ਰਹੇ ਹਾਂ ਬਾਰ-ਬਾਰ ਪੰਜਾਬ 'ਚ ਫੇਲ ਹੋ ਰਿਹਾ ਹੈਗਾ। ਬਿਲਕੁਲ। ਜੇ ਸਿੱਖਿਆ ਪ੍ਰਣਾਲੀ ਦੀ ਐਸ ਸੱਚ ਅਸੈਸਮੈਂਟ ਹੈ, ਉਹਦਾ 2 ਕਿ 3 ਜਿਹੜੇ ਆਈਆਂ ਨੇ ਪਰਫਾਰਮੈਂਸ ਸਰਟੀਫਿਕੇਟਸ, ਉਹਦੇ ਵਿੱਚ ਪੰਜਾਬ ਨੇ ਆਊਟਬੀਟ ਕੀਤਾ ਹੈਗਾ ਦਿੱਲੀ ਨੂੰ ਐਟ ਨੈਸ਼ਨਲ ਲੈਵਲ। ਇਨਫੈਕਟ ਪੰਜਾਬ ਉਤਲੀਆਂ ਸਫਾ ਦੇ ਵਿੱਚ ਹੈਗਾ ਤੇ ਦਿੱਲੀ ਥੱਲਣੀਆਂ ਸਫਾ 'ਚ ਹੈਗਾ, ਜਦ ਕਿ ਉਹ ਕਲੇਮ ਕਰਦੇ ਕਿ ਸਾਡਾ ਬੈਸਟ ਹੈਗਾ। ਇਸੇ ਤਰ੍ਹਾਂ ਜਿਹੜੇ ਆਮ ਆਦਮੀ ਕਲੀਨਿਕਸ ਲਾਏ ਨੇ CM ਭਗਵੰਤ ਮਾਨ ਨੇ ਆਪਣੀਆਂ ਫੋਟੋਆਂ ਲਾ ਕੇ, ਜਿਨ੍ਹਾਂ ਤੇ ਇਹਨਾਂ ਨੇ 800 ਕਰੋੜ ਦਾ ਬਜਟ ਜਿਹੜਾ ਉਹ ਗਿਵ ਅਪ ਕਰਤਾ ਸੈਂਟਰ ਤੋਂ ਲੈਣ ਲਈ ਕਿ ਮੇਰੀ ਫੋਟੋ ਨਹੀਂ ਲੈਣੀ ਚਾਹੀਦੀ। ਹੁਣ ਇਹੀ ਜਿਹੜੇ ਪਹਿਲੇ ਪਤੀਲਿਆਂ ਤੇ ਕਹਿੰਦੇ ਸੀ ਵੀ ਭਾਂਡਿਆਂ ਤੇ ਬਾਦਲ ਸਾਹਿਬ ਦੀ ਫੋਟੋ ਲੱਗਦੀ ਹੈ, ਹੁਣ ਇਹ ਇਸ ਬਾਰੇ ਕੀ ਜਵਾਬ ਦੇਣਗੇ? ਮਤਲਬ ਪੈਸੇ ਮੁੱਕ ਗਏ ਤਾਂ ਹੀ ਮਤਲਬ 26% ਕੱਟ CM ਦੇ ਫੰਡ ਤੇ 50% ਕੱਟ ਵਜ਼ੀਰਾਂ ਦੇ ਫੰਡ ਤੇ। ਗਿੱਲ ਸਾਹਿਬ, ਜਾਂਦੇ ਜਾਂਦੇ ਅਹਿਮ ਮਸਲਾ ਨਾ ਵੀ ਤੁਹਾਡੇ ਨਾਲ ਜੁੜਦਾ, ਕੁਕੀਜ਼। ਮਨੀਪੁਰ ਦੇ ਵਿੱਚ ਕੁਕੀਆਂ ਨੇ ਕੱਲ੍ਹ ਨੂੰ ਵਿਧਾਨ ਸਭਾ ਦਾ ਹੋਣਾ, ਜਿੱਥੇ ਇੰਨੀ ਦੇਰ ਤੋਂ ਹਿੰਸਾ ਹੋ ਰਹੀ ਹੈ, ਸੈਸ਼ਨ ਹੋਣਾ ਹੈ। ਮਨੀਪੁਰ ਹੋਂਦ ਦੇ ਵਿੱਚ ਆਉਣ ਤੋਂ 8 ਸਾਲ ਬਾਅਦ ਵੀ 1972 ਦੇ ਵਿੱਚ ਇਹਨਾਂ ਨੇ ਵੱਖਰੇ ਸੂਬੇ ਦੀ ਮੰਗ ਕੀਤੀ ਸੀ, ਜਿਵੇਂ ਤੇਲੰਗਾਨਾ ਬਣ ਗਿਆ, ਪੰਜਾਬ ਬਣ ਗਿਆ, ਵੱਖਰੇ ਸੂਬੇ ਬਣ ਰਹੇ ਨੇ। ਸੋ ਕੁਕੀਜ਼ ਨੇ ਕਹਿਤਾ ਕਿ ਮਤੋਈ ਦੇ ਨਾਲ ਰਹਿਣਾ ਮੌਤ ਬਰਾਬਰ ਹੈ। 60% ਮਤੋਈ ਨੇ, 40% ਕੁਕੀ ਤੇ ਦੂਸਰੇ ਮੋਜ਼ੀ ਕਬੀਲੇ ਨੇ, ਤੇ ਵੱਖਰੇ ਸੂਬੇ ਦੀ ਮੰਗ ਉੱਥੇ ਉੱਠਣਾ। ਤੁਸੀਂ ਕਾਫੀ ਉਸ ਖਿੱਤੇ 'ਚ ਵਿਚਰਦੇ ਹੋ, ਵੇਖਦੇ ਹੋ, ਕਾਫੀ ਉਹਨਾਂ ਦੇ ਬਾਰੇ ਬੋਲਦੇ ਵੀ ਹੋ। ਕਿਵੇਂ ਮਹਿਸੂਸ ਕਰਦੇ ਹੋ ਕਿ ਇੱਕ ਵੱਖਰੇ ਸੂਬੇ ਦੀ ਮੰਗ ਕੁਕੀਆਂ ਵੱਲੋਂ ਕਰਨਾ 24 ਦੇ ਵਿੱਚ ਅਹਿਮ ਮੁੱਦਾ ਬਣੇਗਾ ਹਿੰਦੂ ਬਨਾਮ ਕ੍ਰਿਸਚੀਅਨ ਦਾ? ਜੀ, ਅਲਟੀਮੇਟਲੀ ਜਿਹੜਾ ਨਾ ਉੱਥੇ ਡਿਵਾਈਡ ਇੰਨੀ ਸਟੀਪ ਹੋ ਚੁੱਕੀ ਹੈ ਨਾ, ਬਿਲਕੁਲ ਵਰਟੀਕਲ ਡਿਵਾਈਡ ਹੈਗੀ ਆ। ਇੱਕ ਪਾਸੇ
ਜਿਹੜੇ ਮਤਈ ਕਮਿਊਨਿਟੀ ਖੜੀ ਆ, ਬਾਕੀ ਜਿਹੜਾ ਸਮਾਜ ਹੈਗਾ ਇਨਕਲੂਡਿੰਗ ਕੁੱਕੀਜ਼ ਤੇ ਨਾਗਾਸ ਤੇ ਜਿਹੜੇ ਦੂਸਰੀਆਂ ਕਮਿਊਨਿਟੀਜ਼ ਨੇ, ਉਹ ਸਾਰੀਆਂ ਇੱਕ ਪਾਸੇ ਖੜੀਆਂ ਨੇ। ਜਿਹੜੇ ਉਹਨਾਂ ਦੇ 2 ਮਿਨਿਸਟਰਸ ਨੇ ਤੇ 10 ਉਹਨਾਂ ਦੇ ਮੈਂਬਰ ਜਿਹੜੇ ਹੈਗੇ ਨੇ ਲੈਜਿਸਲੇਟਿਵ ਅਸੈਂਬਲੀ ਦੇ, ਜਿਹੜੇ MLAs ਨੇ, ਉਹਨਾਂ ਨੇ ਕਿਹਾ ਵੀ ਅਸੀਂ ਕਿਸੇ ਵੀ ਕੀਮਤ ਤੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਇੰਫਾਲ ਵਿੱਚ, ਤਾਂ ਕਿ ਉਸ ਅਸੈਂਬਲੀ ਸੈਸ਼ਨ ਦਾ ਪਾਰਟ ਬਣ ਸਕੀਏ। ਇਸ ਕਰਕੇ ਉਹਨਾਂ ਦੇ ਉੱਤੇ ਕਨਸਟੀਟਿਊਸ਼ਨਲ ਕ੍ਰਾਈਸਿਸ ਤਾਂ ਹੈਗੇ ਆ। ਗੱਲ ਇਹ ਕਰਦਾ ਪੰਜਾਬ 'ਚ ਗਵਰਨਰ ਰਾਜ ਲਾਉਣ ਦੀ, ਜਿਹੜੀ ਸਟੇਟ ਟੋਟਲੀ ਕਲੈਪਸ ਹੋ ਗਈ ਆ, ਉਹਦੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਸੈਂਟਰ ਗਵਰਨਮੈਂਟ ਜਾਂ ਉੱਥੋਂ ਦਾ ਗਵਰਨਰ ਹੀ, ਜਿਹੜੀ ਕਿ BJP ਦੀ ਅਪਾਇੰਟਡ ਹੈਗੀ ਆ, ਉਹ ਆਪ ਇੱਕ ਵੂਮਨ ਹੈਗੀ ਆ ਜਿਹੜੀ ਗਵਰਨਰ ਹੈਗੀ ਆ। ਉਹਨੇ ਇੱਕ ਸ਼ਬਦ ਵੀ ਕਿਸੇ ਨੇ ਕਦੀ ਕੋਈ ਬੋਲਿਆ ਨਹੀਂਗਾ ਜਿਸ ਤਰ੍ਹਾਂ ਦੀ ਬੇਪਤੀ ਉੱਥੇ ਔਰਤਾਂ ਦੀ ਹੋਈ ਆ, ਦੋਨੋਂ ਪਾਸਿਆਂ ਤੋਂ ਹੋਈ ਆ, ਕੁੱਕੀ ਨਾਲ ਜ਼ਿਆਦਾ ਹੋਇਆ। ਇਸ ਕਰਕੇ ਕਿਉਂਕਿ ਮਤਈ ਪਹਿਲੇ ਵੀ ਟਰਾਈਬਲ ਬੋਡੀ ਸੀ, ਇਹਨਾਂ ਨੇ ਆਪ ਹੀ ਆਪਣਾ ਸਟੇਟਸ ਚੇਂਜ ਕਰਾਇਆ ਸੀ ਵੀ ਨਹੀਂ ਅਸੀਂ ਟਰਾਈਬਲਿਜ਼ਮ ਤੋਂ ਬਾਹਰ ਆਉਣਾ। ਉਹਨੇ ਮੰਗ ਕਰ ਰਿਹਾ ਕਿ ਸਾਨੂੰ ਟਰਾਈਬਲ ਅਖਤਿਆਰ ਹੀ ਦਿੱਤੇ ਜਾਵੇ ਤੇ ਟਰਾਈਬਲ ਹੀ ਮੰਨਿਆ ਜਾਵੇ ਸਾਨੂੰ ਕਬੀਲਾ, ਕਿਉਂਕਿ ਟਰਾਈਬਲਸ ਨੂੰ ਰਾਈਟਸ ਜ਼ਿਆਦੇ ਨੇ ਐਜ਼ ਕੰਪੇਅਰ ਟੂ ਅ ਜਨਰਲ ਕੈਟਾਗਰੀ। ਜੀ, ਸੋ ਗਿੱਲ ਸਾਹਿਬ ਬਹੁਤ ਬਹੁਤ ਧੰਨਵਾਦ। ਸੋ ਸਤਿਕਾਰਤ ਦਰਸ਼ਕੋ, ਇਸ ਦੇ ਨਾਲ ਹੀ ਮੇਰੇ ਦੋਸਤ ਰਣਜੀਤ ਸਿੰਘ ਗੋਕੀ ਗਿੱਲ ਜੀ ਨੂੰ ਤੇ ਆਪਣੇ ਦੋਸਤ ਪਰਮਿੰਦਰ ਸਿੰਘ ਟਵਾਣਾ ਨੂੰ ਇੱਥੇ ਦਿਓ ਧੰਨਵਾਦ। ਧੰਨਵਾਦ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ, ਮਿਹਰਬਾਨੀ।